ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਵਈਆ ਵਰ ਕੌਣ ਮੰਗੋ ਤੁਮ ਤੇ ਹਰਿ ਜੀ, ਥਿਰ ਨਾਹਿ ਰਹੇ ਜਗ ਭੀਤਰ ਕੋਈ। ਨਹਿਰਾਜ ਰਹਿ ਗਜਬਾਜ ਰਹੇ, ਤਨ ਲਾ ਮਿਟ ਜਾਏ ਪਿਖੋਂ ਜਗ ਜੋਈ। ਵਰ ਕੌਣ ਮੰਗੋ ਤੁਮ ਤੇ ਹਰਿ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਆਪਾਂ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਜੋ ਭਾਵ ਰਸਾ ਅੰਮ੍ਰਿਤ ਗ੍ਰੰਥ ਕੁਝ ਦਿਨਾਂ ਤੋਂ ਪ੍ਰਾਰੰਭ ਕੀਤਾ ਹੈ, ਜਿਸ ਨੂੰ ਪੜ੍ਹਦਿਆਂ ਵਿਚਾਰਦਿਆਂ 94 ਛੰਦ ਹੋ ਚੁੱਕੇ ਹਨ। ਅੱਜ 95 ਜਿਹੜਾ ਛੰਦ ਸਵਈਆ ਉਹ ਆਪਾਂ ਪ੍ਰਾਰੰਭ ਕਰ ਰਹੇ ਹਾਂ। ਜਿਵੇਂ ਕਵੀ ਸਾਹਿਬ ਜੀ ਨੇ ਪਿੱਛੇ ਇਹ ਕਿਹਾ ਹੈ ਕਿ ਹੇ ਪਰਮੇਸ਼ਰ, ਤੂੰ ਕਿਸੇ ਵੀ ਭੇਟਾ ਨਾਲ ਖੁਸ਼ ਨਹੀਂ ਹੁੰਦਾ, ਇੱਕੋ ਹੀ ਭੇਟਾ ਨਾਲ ਖੁਸ਼ ਹੁੰਦਾ, ਉਹ ਹੈ ਤੇਰੇ ਨਾਲ ਪ੍ਰੇਮ ਦੀ, ਤੇਰੇ ਚਰਨਾਂ ਦੀ ਜਿਹੜੀ ਧੂੜੀ ਹੈ ਇਹ ਮਨੁੱਖ ਪਾ ਲਵੇ ਅਤੇ ਤਾਂ ਫਿਰ ਇਹਦੀ ਭੇਟਾ ਪ੍ਰਵਾਨ ਹੋ ਸਕਦੀ ਹੈ। ਭਾਵ ਜੇ ਪ੍ਰੇਮ ਹੈ, ਤੂੰ ਪ੍ਰੇਮ ਵੇਖ ਕੇ ਰੀਝਦਾ ਹੈ। ਅਗਲਾ ਸਵਈਆ ਪ੍ਰਾਰੰਭ ਕਰ ਰਹੇ ਹਨ। ਵਰ ਕੌਣ ਮੰਗੋ ਤੁਮ ਤੇ ਹਰਿ ਜੀ। ਹਰਿ ਜੀ ਪ੍ਰਭੂ ਜੀ, ਤੁਮ ਤੇ ਮੈਂ ਤੁਹਾਡੇ ਤੇ ਦਾ ਅਰਥ ਕੋਲੋਂ, ਮੈਂ ਤੁਹਾਡੇ ਕੋਲੋਂ ਵਰ ਕੌਣ ਮੰਗੋ, ਕੌਣ ਕਿਹੜਾ ਜਿਹੜਾ ਵਰ ਮੰਗਣਾ ਕਰਾਂ, ਕਿਉਂਕਿ ਥਿਰ ਨਾਹਿ ਰਹੇ ਜਗ ਭੀਤਰ ਕੋਈ। ਕਿਉਂਕਿ ਜਗ ਭੀਤਰ ਇਸ ਸੰਸਾਰ ਦੇ ਵਿੱਚ ਕੋਈ ਵੀ ਜਿਹੜੀ ਵਸਤੂ ਆ ਥਿਰ ਨਾਹਿ ਰਹੇ। ਥਿਰ ਅਰਥ ਸਥਿਤ, ਟਿਕੀ ਰਹਿਣ ਵਾਲੀ, ਸਥਿਤ ਟਿਕੀ ਰਹਿਣ ਵਾਲੀ ਨਹੀਂ ਹੈ, ਟਿਕੀ ਰਹਿਣ ਵਾਲੀ ਨਹੀਂ ਹੈ। ਗੁਰਬਾਣੀ 'ਚ ਆਉਂਦਾ, ਕਿਆ ਮੰਗੋ ਕਿਛ ਥਿਰ ਨ ਰਹਾਈ, ਦੇਖਤ ਨੈਣ ਚੱਲਿਓ ਜਗ ਜਾਈ। ਸਤਿਗੁਰੂ ਤੇ ਕਹਿੰਦੇ, ਜਿਸ ਨੂੰ ਤੂੰ ਅਸਥਿਰ ਕਰ ਮਨ ਹੈ ਸੋ ਪਾਹਨ ਦੋ ਦਾਹਾ। ਜਿਹਨੂੰ ਤੂੰ ਅਸਥਿਰ ਕਰ, ਇੱਕ ਥਾਂ ਟਿਕਿਆ ਰਹਿਣ ਵਾਲਾ ਮੰਨਦਾ ਵੀ ਸਦਾ ਰਹਿਣਾ, ਉਹ ਤਾਂ ਰਹਿਣਾ ਕੋਈ ਨਹੀਂ। ਉਹ ਤਾਂ 2 ਦਿਨ ਦੇ ਪ੍ਰਾਹੁਣੇ ਆ, ਜਾਂ 2 ਦਾਹਾ ਕਹੀਏ, 10 ਦੂਣੀ 20 ਦਿਨਾਂ ਦੇ ਪ੍ਰਾਹੁਣੇ, ਜਾਂ 2 ਅਤੇ 2 4 ਦਿਨ ਦੇ ਪ੍ਰਾਹੁਣੇ। ਉਹ ਸਾਰੇ ਕੁਝ ਵੀ ਰਹਿਣ ਵਾਲਾ ਨਹੀਂ। ਕਹੋ ਨਾਨਕ ਥਿਰ ਨਹੀਂ, ਜੋ ਬਾਲੂ ਕੀ ਭੀਤ। ਇਸ ਤਰ੍ਹਾਂ ਕਵੀ ਜੀ ਕਹਿੰਦੇ ਵੀ ਪਰਮੇਸ਼ਰ, ਮੈਂ ਤੇਰੇ ਤੋਂ ਕਿਹੜਾ ਵਰ ਮੰਗਾਂ, ਥਿਰ ਨਾਹਿ ਰਹੇ ਜਗ ਭੀਤਰ ਕੋਈ। ਇਸ ਸੰਸਾਰ ਦੇ ਵਿੱਚ ਕੋਈ ਵੀ ਜਿਹੜੀ ਵਸਤੂ ਟਿਕੀ ਰਹਿਣ ਵਾਲੀ ਤਾਂ ਹੈ ਨਹੀਂ। ਜਿਵੇਂ ਸਤਿਗੁਰੂ ਕਹਿੰਦੇ, ਕਿਸ ਨਾਲ ਕੀਚੇ ਦੋਸਤੀ ਸਭ ਜਗ ਚੱਲਣ ਹਾਰ। ਵੀ ਸਾਰਾ ਸੰਸਾਰ ਹੀ ਚਲੇ ਜਾਣ ਵਾਲਾ, ਫਿਰ ਦੋਸਤੀ ਕਿਹਨਾਂ ਕਰਨੀ, ਕਿਹਨੂੰ ਮਿੱਤਰ ਅਸਲ ਮੰਨੀਏ। ਨਹਿਰਾਜ ਰਹੇ ਗਜਬਾਜ ਰਹੇ, ਕਿਉਂਕਿ ਹੇ ਪ੍ਰਭੂ ਮੈਂ ਦੇਖਿਆ ਹੈ ਨਾ ਤੇ ਇਹ ਜਿਹੜਾ ਰਾਜ ਭਾਗ ਹੀ ਸਦਾ ਕਾਇਮ ਰਹਿਣਾ ਹੈ। ਗਜਬਾਜ ਰਹੇ, ਨਾ ਹੀ ਜਿਹੜਾ ਗਜ ਹਾਥੀ, ਬਾਜ ਘੋੜੇ। ਭਾਵ ਕਿ ਜਿੰਨੀ ਵਿਭੂਤੀ ਐਸ਼ਵਰਜ ਇਹ ਵੀ ਰਹਿਣੀ ਨਹੀਂ ਹੈ। ਤਨ ਲਉ ਮਿਟ ਜਾਏ ਪਿੱਖੋ ਜਗ ਕੋਈ। ਚਲੋ ਇਹ ਤੇ ਇੱਕ ਸਰੀਰ ਨਾਲ ਸੰਬੰਧ ਰੱਖਣ ਵਾਲੀਆਂ ਚੀਜ਼ਾਂ, ਪਰ ਹੇ ਪ੍ਰਭੂ ਮੈਨੂੰ ਪਤਾ ਹੈ ਕਿ ਤਨ ਲਉ ਇੱਥੋਂ ਤੱਕ ਕਿ ਜਿਹੜਾ ਜੋਇਕੀ ਜਿਹੜਾ ਸੰਸਾਰ ਹੈ, ਸੰਸਾਰ ਅੰਦਰ ਆਪਣਾ ਸਰੀਰ ਲੈ ਕੇ ਪਰਮੇਸ਼ਰ ਦੀ ਕਿਰਪਾ ਨਾਲ, ਤੇਰੀ ਕਿਰਪਾ ਨਾਲ ਆਏ ਹਾਂ। ਅਤੇ ਸਰੀਰ ਆਪਣਾ ਜਿਹੜਾ ਵੀ ਇਸ ਸੰਸਾਰ ਵਿੱਚ ਪਿੱਖੋਂ ਵੇਖ ਰਿਹਾ ਹਾਂ, ਅਤੇ ਇਹ ਤਨ ਲਉ ਮਿਟ ਜਾਏ। ਤਨ ਲਉ, ਲਉ ਦਾ ਅਰਥ ਤੱਕ, ਤਨ ਅਰਥ ਸਰੀਰ।
ਕਿ ਸਰੀਰ ਤੱਕ ਵੀ ਸਭ ਕੁਝ ਮਿਟ ਜਾਏ, ਨਾਸ ਹੋ ਜਾਣਾ ਹੈ, ਭਾਵੇਂ ਸਰੀਰ ਵੀ ਨਹੀਂ ਰਹਿਣਾ ਹੈ। ਪਾਂਚ ਤਨ ਕੋ ਤਤ ਰਚਿਓ, ਪਾਂਚ ਤਤ ਕੋ ਤਨ ਰਚਿਓ। ਪੰਜ ਤੱਤਾਂ ਦਾ ਜਿਹੜਾ ਸਰੀਰ ਮਹਾਰਾਜ ਜੋ ਹੈ ਸੰਸਾਰ ਵਿੱਚ ਮੈਂ ਦੇਖ ਰਿਹਾ, ਇਹ ਤੇ ਇੱਥੋਂ ਤੱਕ ਵੀ ਤਨ ਲਓ ਮਿਟ ਜਾਏ, ਸਰੀਰ ਤੱਕ ਵੀ ਮੇਰਾ ਮਿਟ ਜਾਣਾ, ਫਿਰ ਹਾਥੀ ਘੋੜੇ ਤੇ ਬੜੀ ਦੂਰ ਦੀ ਗੱਲ ਹੈ। ਬਿਨ ਤੈ ਪਦ ਕੰਜ ਲਹੇ ਨਾ ਕਹੂੰ ਸੁਖ। ਹੇ ਪ੍ਰਭੂ, ਤੈ ਪਦ ਕੰਜ, ਤੈ ਦਾ ਅਰਥ ਤੇਰੇ, ਤੇਰੇ ਜਿਹੜੇ ਪਦ ਚਰਨ ਹਨ, ਕੰਜ ਕਮਲ ਹਨ, ਉਹਨਾਂ ਚਰਨ ਕਮਲਾਂ ਤੋਂ ਬਿਨ ਕਹੀਏ ਬਗੈਰ ਹੋਰ ਕਹੂੰ ਸੁਖ। ਕਿਸੇ, ਕਹੂੰ ਦਾ ਅਰਥ ਕਿਸੇ ਵੀ ਥਾਂ ਸੁਖ ਜਿਹੜਾ ਹੈ, ਕਿਸੇ ਥਾਂ ਕੋਈ ਵੀ ਸੁੱਖ ਲਹਿ ਵੀ ਲੈ ਸਕਦਾ ਨਹੀਂ, ਲਹੈ ਨਾ ਪ੍ਰਾਪਤ ਨਹੀਂ ਹੋ ਸਕਦਾ। ਤੇਰੇ ਚਰਨ ਕਮਲਾਂ ਤੋਂ ਬਿਨਾਂ ਕਿਸੇ ਵੀ ਥਾਂ ਕੋਈ ਸੁੱਖ ਪ੍ਰਾਪਤ ਨਹੀਂ ਹੋ ਸਕਦਾ। ਜੋ ਨਰ ਦੌਰ ਫਿਰੇ ਤਿਹੁ ਲੋਈ, ਜੋ ਨਰ, ਜੇਕਰ, ਜੋ ਦਾ ਅਰਥ ਜੇਕਰ, ਜੇਕਰ ਕੋਈ ਨਰ ਪੁਰਸ਼ ਮਨੁੱਖ, ਤਿਹੁ ਦਾ ਅਰਥ ਤਿੰਨ, ਲੋਈ ਦਾ ਅਰਥ ਲੋਕ, ਤਿੰਨਾਂ ਲੋਕਾਂ ਵਿੱਚ ਵੀ ਦੌੜ ਫਿਰੇ, ਦੌੜਦਾ ਭੱਜਦਾ ਫਿਰੇ ਜਾਂ ਫਿਰ ਵੀ ਆਵੇ ਤਾਂ ਵੀ ਕਿਤੋਂ ਸੁੱਖ ਨਹੀਂ ਪ੍ਰਾਪਤ ਹੁੰਦਾ। ਸੁੱਖ ਨਾਹੀ ਰੇ ਹਰਿ ਭਗਤ ਬਿਨਾ, ਸਰਬ ਸੁੱਖਾ ਹਰਿ ਹਰਿ ਗੁਣ ਗਾਏ। ਸੁਖਮਣੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ ਮਨ ਵਿਸਰਾਮ। ਸਿਮਰੋ ਸਿਮਰ ਸਿਮਰ ਸੁਖ ਪਾਓ। ਇਹੀ ਇੱਕ ਤਰੀਕਾ, ਉਹ ਤੇਰੇ ਕੀ ਹੈ, ਚਰਨ ਕਮਲ ਹੀ ਹੈ। ਤੇਰੇ ਚਰਨ ਕਮਲਾਂ ਦਾ ਓਟ ਆਸਰਾ ਲੈ ਕੇ ਨਾਮ ਜਪਿਆ ਜਾਏ ਤੇ ਸੁੱਖ ਹੈ, ਨਹੀਂ ਤੇ ਮਨੁੱਖ ਭਾਵੇਂ ਦਸੇ ਦਿਸ਼ਾਵਾਂ ਅਤੇ ਤਿੰਨ ਲੋਕ, ਜਿਵੇਂ ਲਿਖੇ ਕਵੀ ਜੀ ਨੇ ਵੀ ਤਿੰਨਾਂ ਲੋਕਾਂ ਵਿੱਚ ਵੀ ਜੇਕਰ ਪੁਰਸ਼ ਦੌੜਦਾ ਫਿਰੇ, ਮਹਾਰਾਜ ਤੇਰੇ ਚਰਨ ਕਮਲਾਂ ਦੇ ਆਸਰੇ ਤੋਂ ਬਿਨਾਂ ਕੋਈ ਵੀ ਕਿਸੇ ਥਾਂ ਸੁੱਖ ਨਹੀਂ ਲੈ ਸਕਦਾ ਹੈ। ਪਦ ਮੰਜ਼ਲ ਜੋ ਸਨ ਕਾਦ ਭਜੈ, ਕਿਉਂਕਿ ਅਸਾਂ ਨੇ ਵੇਖਿਆ ਹੈ ਪ੍ਰਭੂ, ਜਿਹੜੇ ਤੇਰੇ ਮੰਜ਼ਲ ਉਜਲ, ਮੰਜ਼ਲ ਦਾ ਅਰਥ ਉਜਲ, ਉਜਲ ਪਦ ਚਰਨ ਹਨ, ਉਹਨਾਂ ਚਰਨ ਕਮਲਾਂ ਨੂੰ ਜੋ ਬ੍ਰਹਮਾ ਦੇ ਪੁੱਤਰ ਸਨਕਾਦੀ ਭਾਵ ਸਨਕ, ਸਨੰਦਨ, ਸਨਾਤਨ, ਸੰਤ ਕੁਮਾਰ, ਜਿਹੜੇ ਚਾਰ ਪੁੱਤਰ ਹੈ ਜਿਨ੍ਹਾਂ ਦੀ ਗੁਰਬਾਣੀ 'ਚ ਵੀ ਨਾਮ ਆਉਂਦੇ, ਉਹ ਵੀ ਭਜੈ ਕਹੀਏ ਸਿਮਰਦੇ ਹਨ, ਭਜਨ ਕਰਦੇ ਹੈ। ਤਿੰਨ ਕੀ ਪ੍ਰਭ ਸੇਵ ਦਿਜੇ ਮਮ ਸੋਈ, ਉਹ ਤਿੰਨ ਕੀ, ਉਹਨਾਂ ਚਰਨ ਕਮਲਾਂ ਦੀ, ਜੇ ਭਾਵ ਵੀ ਜੋ ਮਹਾਰਾਜ ਬ੍ਰਹਮਾ ਦੇ ਚਾਰ ਪੁੱਤਰ ਉਹ ਵੀ ਤੇਰੇ ਉਜਲ ਚਰਨ ਕਮਲਾਂ ਨੂੰ ਸਿਮਰਦੇ ਹੈ। ਅਤੇ ਤਿੰਨ ਕੀ ਪ੍ਰਭ ਸੇਵ ਦਿਜੈ ਮਮ ਸੋਈ, ਉਹ ਤਿੰਨ ਕੀ ਕਹੀਏ ਉਹਨਾਂ ਚਰਨ ਕਮਲਾਂ ਦੀ ਮਹਾਰਾਜ ਉਹ ਸਿਮਰਨ ਕਰਨ ਵਾਲੀ ਜਿਹੜੀ ਮੈਨੂੰ ਵੀ ਸੇਵਾ ਟਹਿਲ ਦੇਣਾ ਕਰੋ। ਤਿੰਨ ਕੀ ਪ੍ਰਭ ਸੇਵ, ਤੇ ਤਿੰਨਾਂ ਚਰਨ ਕਮਲਾਂ ਦੀ ਹੈ ਪ੍ਰਭੂ ਮੈਨੂੰ ਵੀ ਜਿਹੜਾ ਸੇਵਾ ਟਹਿਲ ਹੈ ਸਿਮਰਨ ਕਰਨ ਵਾਲੀ, ਸੋਈ ਮੈਨੂੰ ਵੀ ਦੀਜੇ ਦੇਣਾ ਕਰੋ ਜੀ। ਸਵਈਆ ਕਬ ਆਵਹਿੰਗੇ ਮਮ ਉਪਰ ਤੇ ਦਿਨ, ਹੇ ਪ੍ਰਭੂ ਮੇਰੇ ਉੱਪਰ ਭਾਵ ਮੇਰੇ ਉੱਤੇ ਤੇ ਦਿਨ, ਉਹ ਜਿਹੜੇ ਦਿਨ ਹੈ, ਤੇ ਦਾ ਅਰਥ ਉਹ ਦਿਨ ਕਬ ਆਵਹਿੰਗੇ, ਕਦੋਂ ਆਉਣਗੇ ਜੀ। ਦੇਹ ਰਟੈ ਮਮ ਗੰਗ ਕਿਨਾਰੇ, ਜਦੋਂ ਮੇਰੀ ਦੇਹੀ, ਮਮ ਦੇਹ, ਜਦੋਂ ਮੇਰੀ ਦੇਹੀ ਗੰਗ ਕਿਨਾਰੇ, ਗੰਗਾ ਦੇ ਕਿਨਾਰੇ, ਰਟੈ ਕਹੀਏ ਰਟਣ ਕਰੇਗੀ, ਫਿਰੇਗੀ, ਭਾਵ ਮੈਂ ਤੇਰਾ ਭਗਤ ਬਣ ਕੇ ਨਦੀ ਦੇ ਕਿਨਾਰੇ ਆਪਣੀ ਜ਼ਿੰਦਗੀ ਬਤੀਤ ਕਰਾਂਗਾ। ਇਹ ਪਰਮੇਸ਼ਰ ਉਹ ਦਿਨ ਕਦੋਂ ਆਉਣਗੇ ਜਦੋਂ ਮੈਂ ਵੀ ਤਿਆਗੀ ਹੋਵਾਂਗਾ। ਸਭ ਹੀ ਜਗ ਤੇ ਮਨ ਸ਼ਾਂਤ ਲਹੇ, ਫਿਰ ਜਦੋਂ
ਸਭ ਹੀ ਜਗ ਦੇ। ਸਾਰੇ ਸੰਸਾਰ ਵੱਲੋਂ ਹੀ ਮਨ ਸ਼ਾਂਤੀ ਲਹਿਕ ਪ੍ਰਾਪਤ ਕਰੇਗਾ। ਮੁਖ ਨਾਮ ਸੋ ਸੀਸ ਗੰਗੋਦਕ ਧਾਰੇ। ਤੇ ਮੈਂ ਮੁਖ ਨਾਲ ਤੇਰਾ ਜਿਹੜਾ ਨਾਮ ਜਪਾਂਗਾ ਅਤੇ ਆਪਣੇ ਸੀਸ ਜਿਹੜਾ ਸਿਰ ਦੇ ਉੱਪਰ ਗੰਗੋਦਕ ਹੋੜੇ ਵਿੱਚੋਂ ਊੜਾ ਨਿਕਲਣਾ ਤੇ ਉਹ ਹੋਣਾ ਗੰਗ ਓਦਕ ਨਾਮ ਪਾਣੀ ਦਾ ਹੁੰਦਾ, ਗੰਗ ਨਾਮ ਗੰਗਾ ਦਾ ਹੀ ਹੈ। ਮੁਖ ਨਾਮ ਸੋ ਸੀਸ ਗੰਗੋਦਕ ਧਾਰੇ। ਤੇ ਮੈਂ ਮੁਖ ਨਾਲ ਤੇਰਾ ਨਾਮ ਜਪਾਂਗਾ ਅਤੇ ਸੀਸ ਸਿਰ ਦੇ ਉੱਪਰ ਗੰਗੋਦਕ ਗੰਗਾ ਦਾ ਪਾਣੀ ਜਿਹੜਾ ਹੈ ਧਾਰੇ ਧਾਰਨਾ ਕਰਾਂਗਾ, ਪਾਉਣਾ ਕਰਾਂਗਾ। ਕਬ ਆਵੇਂਗੇ ਉੱਪਰ ਕੇ ਦਿਨ। ਮਹਾਰਾਜ ਉਹ ਦਿਨ ਮੇਰੇ ਉੱਪਰ ਕਦੋਂ ਆਉਣਗੇ? ਜਦੋਂ ਕਿ ਮੈਂ ਵੀ ਗੰਗਾ ਦੇ ਕਿਨਾਰੇ 'ਤੇ ਜਾ ਕੇ ਮੇਰੀ ਜਿਹੜੀ ਇਹ ਦੇਹ ਹੈ ਰਟੇ ਰਟਨ ਕਰੇਗੀ ਅਤੇ ਸਭ ਹੀ ਜਗ 'ਤੇ ਸਾਰੇ ਹੀ ਜਗ ਤੋਂ ਮਨ ਸ਼ਾਂਤੀ ਪ੍ਰਾਪਤ ਕਰੇਗਾ। ਅਤੇ ਮੁਖ ਨਾਲ ਨਾਮ ਜਪਾਂਗਾ। ਸੀਸ ਗੰਗੋਦਕ ਧਾਰੇ। ਸਿਰ ਦੇ ਉੱਪਰ ਗੰਗਾ ਦਾ ਉਦਕ ਕਹੀਏ ਜਲ ਧਾਰਨ ਕਰਾਂਗਾ, ਪਾਉਣਾ ਕਰਾਂਗਾ। ਪੁਨ ਬੈਠ ਸਿਲਾ ਤਟ ਪੈ ਹਰ ਜੀ। ਫਿਰ ਤਟ ਪੈ ਗੰਗਾ ਦੇ ਕਿਨਾਰੇ ਸਿਲਾ ਪੈ ਗੰਗਾ ਦੇ ਤਟ ਕਹੀਏ ਕਿਨਾਰੇ 'ਤੇ ਫਿਰ ਜਿਹੜੀ ਸਿਲਾ ਪੱਥਰ ਹੈ ਪੱਥਰ ਦੇ ਪੈ ਗਈ ਉੱਪਰ ਬੈਠ ਕਰਕੇ ਹੇ ਹਰ ਜੀ ਪਰਮੇਸ਼ਰ ਜੀ ਵਾਹਿਗੁਰੂ ਜੀ ਆਪ ਜੀ ਦੀ ਪਦਵੀ ਭਾਵ ਸਰੂਪ ਦੀ ਮੂਰਤੀ ਨੂੰ ਆਪਣੇ ਦ੍ਰਿਗ ਮੇਲ ਕੇ ਨੀਤ ਉਚਿਤਾਰੇ। ਜਿਹੜੇ ਦ੍ਰਿਗ ਨੇਤਰ ਹੈ, ਨੇਤਰ ਦੀਆਂ ਜਿਹੜੀਆਂ ਪਲਕਾਂ ਦ੍ਰਿਗ ਮੇਲ ਕੇ ਨੀਤ ਉਚਿਤਾਰੇ। ਦ੍ਰਿਗ ਕਹੀਏ ਨੇਤਰਾਂ ਦੀ ਜਿਹੜੀਆਂ ਪਲਕਾਂ, ਉਹਨਾਂ ਪਲਕਾਂ ਨੂੰ ਮੇਲ ਕੇ ਕਹੀਏ ਬੰਦ ਕਰਕੇ ਅਤੇ ਨੀਤ ਚਿਤਾਰੇ ਨਿਤਾ ਪ੍ਰਤੀ ਚੇਤੇ ਯਾਦ ਕਰਦਾ ਰਹਾਂਗਾ। ਉਹ ਦਿਨ ਮਹਾਰਾਜ ਕਦੋਂ ਆਉਣਗੇ? ਹੁਣ ਬੈਠ ਸਲਾ ਤਟ ਪੈ ਹਰ ਜੀ ਪਰਮੇਸ਼ਰ ਜੀ ਵੀ ਫਿਰ ਮੈਂ ਬੈਠ ਕੇ ਸਿਲਾ ਦੇ ਉੱਪਰ ਤਟ ਪੈ ਗੰਗਾ ਦੇ ਕਿਨਾਰੇ ਅਤੇ ਪੁਲ ਕਹਿ ਦ੍ਰਿਗ ਮੇਲ ਕੇ ਦ੍ਰਿਗ ਜਿਹੜੇ ਨੇਤਰ ਹੈ ਉਹਨਾਂ ਦੀਆਂ ਪਲਕਾਂ ਨੂੰ ਮੇਲ ਕੇ ਭਾਵ ਅੱਖਾਂ ਬੰਦ ਕਰਕੇ ਨੀਤ ਹਮੇਸ਼ਾ ਹੀ ਚਿਤਾਰੇ ਚੇਤੇ ਕਰਦਾ ਯਾਦ ਕਰਦਾ ਰਹਾਂਗਾ। ਉਹ ਦਿਨ ਮਹਾਰਾਜ ਕਦੋਂ ਆਉਣਗੇ? ਹਰ ਧਿਆਨ ਸਮੇਂ ਧਨ ਮੋਹੇ ਗਿਰੈ ਜਲ। ਹੇ ਹਰ ਪਰਮੇਸ਼ਰ ਤੇਰੇ ਧਿਆਨ ਦੇ ਸਮੇਂ ਹੇ ਪਰਮੇਸ਼ਰ ਤੇਰੇ ਧਿਆਨ ਦੇ ਸਮੇਂ ਮੇਰਾ ਜਿਹੜਾ ਤਨ ਸਰੀਰ ਹੈ ਉਹ ਗਿਰੇ ਜਲ। ਸਿਲਾ ਤੋਂ ਗੰਗਾ ਜੀ ਦੇ ਜਲ ਕਹੀਏ ਪਾਣੀ ਵਿੱਚ ਗਿਰੇ ਡਿੱਗ ਜਾਵੇ। ਮਾਤ ਸਮਾਨ ਸੋ ਗੰਗ ਸੰਭਾਰੇ। ਅਤੇ ਗੰਗਾ ਜੀ ਮੈਨੂੰ ਮਾਤ ਸਮਾਨ ਜਿਵੇਂ ਮਾਂ ਸੰਭਾਲਦੀ ਬੱਚੇ ਨੂੰ ਮਾਂ ਸਮਾਨ ਮਾਂ ਦੀ ਤਰ੍ਹਾਂ ਸੋ ਉਹ ਗੰਗਾ ਜਿਹੜੀ ਹੈ ਸੰਭਾਲ ਲਏ। ਹੇ ਪ੍ਰਭੂ ਮੇਰੇ ਉੱਪਰ ਅਜਿਹੇ ਦਿਨ ਕਦੋਂ ਆਉਣਗੇ ਜਦੋਂ ਉਹ ਮੈਨੂੰ ਆਪਣੇ ਸਰੀਰ ਦੀ ਸੁੱਧ ਬੁੱਧ ਭੁੱਲ ਜਾਵੇਗੀ ਅਤੇ ਮੈਂ ਸਿਰਫ ਤੇਰੇ ਹੀ ਧਿਆਨ ਵਿੱਚ ਜੁੜਿਆ ਰਹਾਂਗਾ। ਕਹਿਣ ਦਾ ਅਰਥ ਇਹ ਉਂਝ ਵੀ ਅਰਥ ਲੱਗਦਾ ਵੀ ਹਰ ਧਿਆਨ ਸਮੇਂ ਪਰਮੇਸ਼ਰ ਉਹ ਦਿਨ ਜੋ ਉੱਪਰ ਪ੍ਰਸ਼ਨ ਕੀਤਾ ਉਹੀ ਇੱਥੇ ਚੱਲ ਰਿਹਾ ਕਿ ਪਰਮੇਸ਼ਰ ਉਹ ਦਿਨ ਕਦੋਂ ਆਉਣਗੇ ਵੀ ਮੈਂ ਐਸੀ ਅਵਸਥਾ ਦਾ ਮਾਲਕ ਹੋਵਾਂਗਾ ਜੋ ਉਪਰੋਕਤ ਕਹੇ ਹੈ ਅਤੇ ਤੇਰਾ ਧਿਆਨ ਐਸਾ ਲਾਊਂਗਾ। ਧਿਆਨ ਸਮੇਂ ਮੇਰਾ ਜਿਹੜਾ ਸਰੀਰ ਹੈ ਜੋ ਸਿਲਾ ਦੇ ਉੱਪਰ
ਬੈਠਾ ਹੋਏਗਾ ਤੇ ਉਹ ਗਿਰੇ ਜਲ ਵੀ ਨਾਮ ਜਪਦਿਆਂ ਹੀ ਪ੍ਰਾਣ ਮੇਰੇ ਛੁੱਟ ਜਾਣ ਤੇ ਜਲ ਵਿੱਚ ਡਿੱਗੇ। ਤੇ ਮਾਤਾ ਸਮਾਨ ਜਿਹੜੀ ਗੰਗਾ ਉਹ ਸੰਭਾਲ ਲਵੇ, ਉਹ ਸਮੇਟ ਲਵੇ ਮੈਨੂੰ ਵੀ। ਐਸੀ ਸੁੱਧ ਬੋਧੀ ਭੁੱਲ ਜੇ ਮੈਨੂੰ, ਸਰੀਰ ਸੁੰਨ ਹੋ ਜੇ, ਉੱਤੋਂ ਡਿੱਗ ਪਏ ਮੈਨੂੰ ਪਤਾ ਨਾ ਚੱਲੇ ਜੇ ਜਿੰਦਾ ਰਹਾਂ। ਤੇ ਗੰਗਾ ਮਾਤਾ ਮਾਂ ਸਮਾਨ ਮੇਰੇ ਸਰੀਰ ਨੂੰ ਸੰਭਾਲ ਲਵੇ। ਭਾਵ ਐਸਾ ਧਿਆਨ ਨਾਲ ਜੁੜਾਂ ਵੀ ਮੈਨੂੰ ਸਰੀਰ ਦੀ ਸੁੱਧ ਬੁੱਧ ਨਾ ਰਹਿ ਜਾਏ। ਦੋਹਰਾ ਬਾਲਕ ਬ੍ਰਿਧ ਜਵਾ ਧਨੀ, ਸਰਬ ਸਾਂਝਾ ਧਰਮ ਕਥਨ ਕਰਦੇ ਹੈ। ਕਹਿੰਦੇ ਵੇਖੋ ਬਾਲਕ ਬ੍ਰਿਧ ਜਵਾ ਧਨੀ, ਭਾਵੇਂ ਕੋਈ ਬਾਲਕ ਬੱਚਾ ਹੈ ਜਾਂ ਬ੍ਰਿਧ ਬਜ਼ੁਰਗ ਬੁੱਢਾ ਹੈ, ਭਾਵੇਂ ਕੋਈ ਜਵਾਨ ਹੈ ਜਾਂ ਧਨੀ ਧਨਵਾਨ ਸ਼ਾਹੂਕਾਰ ਹੈ ਸਭ ਕੋ ਅਧਿਕਾਰ ਇਹ ਸਾਰਿਆਂ ਨੂੰ ਹੀ, ਸਭ ਕੋ ਦਾ ਅਰਥ ਨੂੰ ਸਾਰਿਆਂ ਨੂੰ ਹੀ ਭਾਈ ਅਧਿਕਾਰ ਹੱਕ ਹੈ। ਭਾਵ ਸਾਰੇ ਭੋਜਨ ਸਿਮਰਨ ਕਾਰਨ, ਦਾਨ ਪੁੰਨ ਕਰਨ, ਬਹਾਨੇ ਨਾ ਮਾਰਨ। ਬੱਚਾ ਤੇ ਰੱਬ ਦਾ ਰੂਪ, ਇਹਨੂੰ ਲੋੜ ਕੋਈ ਨਹੀਂ, ਅਜੇ ਤੇ ਜਵਾਨੀ ਹੈ, ਕੋਈ ਨਹੀਂ ਗ੍ਰਹਿਸਥ ਵੇਲੇ ਜਪਿਆ ਜਾਊ, ਗ੍ਰਹਿਸਥ ਆ ਗਿਆ ਆਖੇ ਜ਼ਿੰਮੇਵਾਰੀਆਂ ਬੁਢੇਪੇ ਵੇਲੇ ਜਪਿਆ ਜਾਊ। ਇਸ ਤਰ੍ਹਾਂ ਨਹੀਂ ਕਰਨਾ ਹੈ। ਸਾਰਿਆਂ ਨੂੰ ਭਾਈ ਅਧਿਕਾਰ ਹੱਕ ਹੈ ਸਭ ਭਜਨ ਸਿਮਰਨ ਕਰਨ ਦਾ। ਆਰ ਫੁਨ ਵਰਖ 50 ਤੇ ਅਤੇ ਜੇਕਰ ਅਰਥ ਅਤੇ ਜੇਕਰ ਪਹਿਲੀਆਂ ਅਵਸਥਾ ਵਿੱਚੋਂ ਨਾਮ ਨਹੀਂ ਜਪਿਆ ਗਿਆ, ਭਾਵ ਬਾਲਕ ਪੂਣੇ ਵਿੱਚ, ਕਿਸ਼ੋਰ ਅਵਸਥਾ ਵਿੱਚ, ਜਵਾਨੀ ਵਿੱਚ ਫੁਨ, ਫਿਰ ਵਰਖ 50 ਤੇ ਜਿਹੜੇ ਸਾਲ 50 ਹੈ, 50 ਸਾਲਾਂ ਦਾ ਹੋਣ ਤੋਂ ਤੇ ਇਹਦਾ ਅਰਥ ਹੋਣ ਤੋਂ ਤਜੇ ਸਗਲ ਸੰਸਾਰ, ਸਾਰੇ ਸੰਸਾਰ ਦਾ ਜਿਹੜਾ ਮੋਹ ਹੈ ਉਹ ਤਜੇ ਕਹੀਏ ਤਿਆਗ ਦੇਵੇ, ਪ੍ਰੇਮ ਸਰੀਰਾਂ ਦੀ ਛੱਡ ਦੇਵੇ। 50 ਸਾਲਾਂ ਤੋਂ ਬਾਅਦ ਇੱਕ ਵੀ ਸਵਾਸ ਬਿਰਥਾ ਨਾ ਜਾਣ ਦੇਵੇ। ਉਂਝ ਤੇ 4 ਆਸ਼ਰਮ ਮੰਨੇ ਹੈ ਵੀ 25 ਸਾਲ ਤੱਕ ਬ੍ਰਹਮਚਰਜ ਰੱਖੇ, ਭਾਵ ਵਿਦਿਆ ਪੜ੍ਹੇ, ਇੰਦਰੀਆਂ ਦਾ ਜਪ ਸੰਜਮ ਰੱਖੇ। ਉਸ ਤੋਂ ਬਾਅਦ 25 ਤੋਂ 50 ਗ੍ਰਹਿਸਥੀ ਬਣੇ, 50 ਤੋਂ ਬਾਅਦ ਵਾਣਪ੍ਰਸਤੀ ਹੋਵੇ। ਜਿਵੇਂ ਵਾਣ ਜੰਗਲ ਵਿੱਚ ਇਕੱਲਾ ਬੰਦਾ ਬੈਠਾ ਰਹਿੰਦਾ ਨਾ, ਇਸੇ ਤਰ੍ਹਾਂ ਭਾਵ ਘਰ ਵਿੱਚ ਇਕੱਲਾ ਬੈਠਾ ਰਹੇ। ਜੇ ਕੋਈ ਜ਼ਰੂਰਤ ਹੋਈ ਤਾਂ ਕਿਸੇ ਨੂੰ ਦੱਸ ਦਿੱਤਾ, ਨਹੀਂ ਤਾਂ ਚੁੱਪ ਕੀਤਾ ਰਹੇ। ਅਤੇ 75 ਤੋਂ 100 ਤੱਕ ਤੇ ਸੰਨਿਆਸੀ ਹੋ ਜੇ, ਤਿਆਗੀ, ਭਾਵ ਪਰਮੇਸ਼ਰ ਦੇ ਪ੍ਰਾਣ ਰਹੇ, ਨਾ ਕਿਸੇ ਨੂੰ ਕਵੇ ਨਾ ਕੋ ਸੁਣੇ, ਜੋ ਮਿਲ ਗਿਆ ਛਕ ਲਏ ਅਤੇ ਨਾਮ ਹੀ ਜਪਦਾ ਰਹੇ। ਇੱਥੇ ਕਹਿ ਰਹੇ ਹੈ ਵੀ ਸਭ ਨੂੰ ਅਧਿਕਾਰ ਹੈ। ਅਤੇ ਵਰਖ 50 ਤੇ ਜੇ 50 ਸਾਲ ਤੋਂ 50 ਸਾਲ ਤੱਕ ਕੋਈ ਨਹੀਂ ਨਾ ਨਾਮ ਜਪਿਆ ਗਿਆ ਪਹਿਲੀਆਂ ਅਵਸਥਾ ਵਿੱਚ, ਅਤੇ ਕੀ ਕਰੇ 50 ਸਾਲ ਦਾ ਜਦੋਂ ਹੋ ਜੇ ਤਜੇ ਸਕਲ ਸੰਸਾਰ, ਸਾਰੇ ਸੰਸਾਰ ਦਾ ਮੋਹ ਛੱਡੇ ਅਤੇ ਬੰਦਗੀ ਵਿੱਚ ਧਿਆਨ ਦੇਵੇ, ਇੱਕ ਵੀ ਸਵਾਸ ਨਾਮ ਤੋਂ ਬਿਨਾਂ ਨਾ ਜਾਣ ਦੇਵੇ। ਪਰ ਇਹ ਬੰਦਾ ਅਤੇ ਸਾਧ ਸੰਗਤ ਜੀ ਬਹਿਤੀ ਜਾਤ ਕਜ ਦ੍ਰਿਸ਼ਟ ਨਾ ਧਾਰਤ, ਮਿਥਿਆ ਮੋਹ ਬੰਧਿਆ ਨਿਤ ਪਾਰਸ। ਇਹਦੀ ਤਾਂ ਇਹੀ ਹਾਲਤ, ਝੂਠੇ ਮੋਹ ਦੇ ਵਿੱਚ ਹੀ ਪਰਚਿਆ ਰਹਿੰਦਾ। ਜਿੰਨੀ ਮਰਜ਼ੀ ਦੀ ਉਮਰ ਹੋ ਜੇ, ਜਿਉਂ ਹੀ ਉਮਰ ਵੱਧਦੀ ਇਉਂ ਹੀ ਮੋਹ ਇਹਦਾ ਵੱਧਦਾ ਹੈ। ਜਿਉਂ ਢੱਠੀ ਦੇ ਕੰਢੇ 'ਤੇ ਆਉਂਦਾ ਤਿਉਂ ਹੀ ਇਹ ਕਹਿੰਦਾ ਵੀ ਨਹੀਂ ਹੁਣ ਤਾਂ ਬਸ ਮੇਰੇ ਬਿਨਾਂ ਹੀ ਕੋਈ ਗੁਜ਼ਾਰਾ ਹੀ ਨਹੀਂ, ਕੋਈ ਸਹਾਰਾ ਹੀ ਨਹੀਂ ਹੈ। ਇਹਦੀ ਸਗੋਂ ਹੀ ਹਾਲਤ ਬੁਰੀ ਹੋ ਜਾਂਦੀ, ਮੋਹ ਜ਼ਿਆਦਾ ਵੱਧ ਜਾਂਦਾ। ਸੋ ਐਸਾ ਕਰਨਾ ਚਾਹੀਏ ਜਿਵੇਂ ਕਵੀ ਸਾਹਿਬ ਜੀ ਕਹਿ ਰਹੇ ਹਨ। ਸਵਈਆ ਜਿਨ ਕਾ ਜਗ ਭੀਤਰ ਮਾਨ ਘਟੇ, ਸੋ ਨਿਰਾਸ ਰਟੇ ਅਰਥੀ ਨਿਜ ਦੁਆਰੇ। ਜਿਨ ਕਾ ਜਗ ਭੀਤਰ ਮਾਨ ਘਟੇ, ਜਿਨ੍ਹਾਂ ਮਨੁੱਖਾਂ ਦਾ ਜਗ ਭੀਤਰ ਸੰਸਾਰ ਦੇ ਵਿੱਚ ਮਾਨ ਘਟੇ, ਆਦਰ ਸਨਮਾਨ ਘਟ ਜਾਵੇ। ਸੋ ਨਿਰਾਸ ਰਟੇ ਅਰਥੀ ਨਿਜ ਦੁਆਰੇ, ਉਹਨਾਂ ਸੋ ਕਹੀਏ ਉਹਨਾਂ ਦੇ
ਆਪਣੇ ਜਿਹੜੇ ਨਿਜ ਦੁਆਰੇ, ਆਪਣੇ ਬੂਹੇ ਤੋਂ ਕੋਈ ਵੀ ਜਿਹੜਾ ਅਰਥੀ ਮੰਗਤਾ ਉਹ ਨਿਰਾਸ਼ ਨਿਰਾਸਾ ਖਾਲੀ ਰਟੇ ਕਈ ਚਲਿਆ ਜਾਵੇ। ਜਗ ਪਾਵਨ ਪੂਤਰ ਕੁੰਜ ਦਰੀ, ਨਰ ਜਾਏ ਵਸੇ ਉਹ ਗੰਗ ਕਿਨਾਰੇ। ਜਿਨ ਕਾ ਜਗ ਭੀਤਰ ਮਾਨ ਘਟੇ, ਕਹਿੰਦੇ ਵੀ ਜਿਨ੍ਹਾਂ ਮਨੁੱਖਾਂ ਦਾ ਸੰਸਾਰ ਵਿੱਚ ਮਾਣ ਸਨਮਾਨ ਘਟ ਜਾਵੇ, ਭਾਵ ਘਰ ਦੇ ਵੀ ਨਾ ਪੁੱਛਣ, ਬਾਹਰ ਦੇ ਵੀ ਨਾ ਪੁੱਛਣ, ਸੋ ਨਿਰਾਸ਼ ਰਟੇ ਅਰਥੀ ਨਿਜ ਦੁਆਰੇ। ਫਿਰ ਤੇ ਉਹਨਾਂ ਦੇ ਆਪਣੇ ਦੁਆਰੇ ਤੋਂ ਅਰਥੀ ਜਿਹੜਾ ਮੰਗਤਾ ਉਹ ਵੀ ਨਿਰਾਸ਼ ਹੀ ਵਿਚਾਰਾ ਜਿਹੜਾ ਰਟੇ ਕਈ ਚਲਿਆ ਜਾਵੇ। ਨਿਜ ਮੰਦਰ ਤੇ ਧਨ ਖੀਣ ਭਏ, ਜਿਨ੍ਹਾਂ ਦੇ ਨਿਜ ਮੰਦਰ ਆਪਣੇ ਘਰ ਤੋਂ, ਤੇ ਦਾ ਅਰਥ ਤੋਂ ਆਪਣੇ ਮੰਦਰ ਘਰ ਤੋਂ, ਆਪਣੇ ਘਰ ਤੋਂ ਧਨ ਖੀਣ ਪਏ। ਸਾਰਾ ਹੀ ਜਿਹੜਾ ਧਨ ਪਦਾਰਥ ਖੀਣ ਕਹੀਏ ਨਾਸ ਹੋ ਜਾਵੇ। ਪਰ ਲੋਕ ਗਏ ਨਿਜ ਬੰਧ ਪਿਆਰੇ, ਅਤੇ ਜਿਨ੍ਹਾਂ ਦੇ ਨਿਜ ਬੰਧ ਆਪਣੇ ਜਿਹੜੇ ਪਿਆਰ ਵਾਲੇ ਪਿਆਰੇ ਬੰਧੂ ਸੰਬੰਧੀ ਰਿਸ਼ਤੇਦਾਰ ਵੀ, ਪਰ ਲੋਕ ਚਲੇ ਗਏ ਹੁਣ, ਪਾ ਮਰ ਗਏ ਹੋਣ। ਧਨ ਮੰਡਲ ਜੋਬਨ ਪੀਠ ਦਈ, ਫਿਰ ਜਿਨ੍ਹਾਂ ਦੇ ਸਰੀਰ ਦੇ ਮੰਡਲ ਕਹੀਏ ਆਕਾਰ ਢਾਂਚੇ ਵਿੱਚ, ਤਨ ਮੰਡਲ ਜਿਹੜਾ ਸਰੀਰ ਮੰਡਲ ਸਰੀਰ ਆਕਾਰ ਹੈ, ਤੇ ਇਸ ਸਰੀਰ ਮੰਡਲ ਨੂੰ ਵੀ ਜਿਨ੍ਹਾਂ ਦੀ ਜੋਬਨ ਜਵਾਨੀ, ਭਾਵ ਜਵਾਨੀ ਨੇ ਵੀ ਪਿੱਠ ਦੇ ਦਿੱਤੀ, ਪਿੱਛਾ ਵਿਖਾ ਦਿੱਤਾ, ਭਾਵ ਜਵਾਨੀ ਲੰਘ ਗਈ, ਹੁਣ ਜਵਾਨੀ ਨਹੀਂ ਰਹਿ ਗਈ। ਇਹ ਲੋਕ ਤਜੈ ਪਰ ਲੋਕ ਸਵਾਰੇ, ਫਿਰ ਐਸੇ ਮਨੁੱਖ ਨੂੰ ਤੇ ਕੀ ਕਰਨਾ ਚਾਹੀਦਾ? ਇਹ ਲੋਕ ਆ ਜਿਹੜਾ, ਇਹ ਲੋਕ ਨਾ ਮਾਤ ਲੋਕ, ਇਹਦਾ ਜਮਾਂ ਹੀ ਮੋਹ ਤਜੇ ਛੱਡ ਦੇਵੇ, ਛੱਡ ਕੇ ਮੋਹ ਤੇ ਕੀ ਕਰੇ? ਪਰਲੋਕ ਸਵਾਰੇ, ਆਪਣਾ ਅਗਲਾ ਪਰਲੋਕ ਸਵਾਰੇ, ਪਰਲੋਕ ਦੇ ਰਸਤੇ ਨੂੰ ਸਵਾਰੇ। ਫਿਰ ਨਾ ਇਹ ਇੱਧਰ ਧਿਆਨ ਦੇਵੇ ਵੀ ਜਿਨ੍ਹਾਂ ਦਾ ਸੰਸਾਰ ਵਿੱਚ ਮਾਣ ਨਾ ਕੋਈ ਰਹਿ ਜੇ, ਮਾਣ ਘਟ ਜਾਵੇ, ਪੁੱਛੇ ਕਿਸੇ ਕੋਈ ਨਾ। ਫਿਰ ਉਹਨਾਂ ਦੇ ਘਰ ਦੇ ਕੋਈ ਅਰਥੀ ਗਰੀਬ ਆ ਜੇ ਮੰਗਤਾ, ਉਹ ਵੀ ਵਿਚਾਰਾ ਨਿਰਾਸ਼ ਹੀ ਚਲਿਆ ਜਾਵੇ, ਭਾਵ ਆਪਣੇ ਘਰ ਪੱਲੇ ਕੱਖ ਨਾ ਹੋਵੇ। ਆਪਣੇ ਮੰਦਰ ਦੇ ਵਿੱਚ ਵੀ ਧਨ ਪਦਾਰਥ ਦੀ ਕਮੀ ਹੋ ਜੇ, ਨਾਸ ਹੋ ਗਏ ਹੋਣ। ਪਰ ਲੋਕ ਗਏ ਨਿਜ ਬੰਧ ਪਿਆਰੇ, ਤੇ ਆਪਣੇ ਸਗੇ ਸੰਬੰਧੀ ਰਿਸ਼ਤੇਦਾਰ ਸਾਰੇ ਪਰਲੋਕ ਚਲੇ ਗਏ, ਭਾਵ ਇਕੱਲਾ ਹੀ ਪੈ ਗਿਆ ਹੁਣ ਵਿਚਾਰਾ। ਤਨ ਮੰਡਲ ਜੋਬਨ ਪੀਠ ਦੇਈ, ਸਰੀਰ ਦੇ ਆਕਾਰ ਨੇ ਵੀ, ਸਰੀਰ ਦੇ ਆਕਾਰ ਵਿੱਚੋਂ ਜਿਹੜਾ ਜੋਬਨ ਜਵਾਨੀ ਹੈ ਉਹਨੇ ਪਿੱਠ ਦੇ ਦਿੱਤੀ, ਭਾਵ ਜਵਾਨੀ ਚਲੀ ਗਈ ਆ। ਕਵੀ ਜੀ ਕਹਿੰਦੇ ਇਹ ਲੋਕ ਉਹਨੂੰ ਫਿਰ ਛੱਡ ਦੇਣਾ ਚਾਹੀਦਾ, ਭਾਵੇਂ ਲੋਕ ਦਾ ਮੋਹ ਪ੍ਰੇਮ, ਫਿਰ ਕਿਸੇ ਦਾ ਚਾਅ ਨਹੀਂ ਕਰਨਾ ਚਾਹੀਦਾ, ਛੱਡ ਕੇ ਇਸ ਲੋਕ ਦਾ ਮੋਹ ਪਰਲੋਕ ਦੇ ਰਸਤੇ ਨੂੰ ਸਵਾਰੇ। ਇਹ ਸੋਚੇ ਮੈਂ ਪਰਲੋਕ ਸਵਾਰਾਂ ਆਪਣਾ। ਜਗ ਪਾਵਨ ਭੂਤਰ ਕੁੰਜ ਦਰੀ, ਜਗ ਪਾਵਨ ਅਤੇ ਸੰਸਾਰ ਵਿੱਚ ਜੋ ਪਵਿੱਤਰ ਭੂਤਰ ਪਰਬਤ ਪਹਾੜ ਹਨ, ਉਹਨਾਂ ਪਰਬਤਾਂ ਦੀਆਂ ਜਿਹੜੀਆਂ ਦਰਾਵਾਂ ਨਾ, ਗੁਫਾਵਾਂ, ਅਤੇ ਜਿਹੜੇ ਕੁੰਜ ਜੰਗਲਾਂ ਦੀਆਂ ਜਿਹੜੇ ਕੁੰਜ ਗਲੀਆਂ, ਉਹਨਾਂ ਕੁੰਜ ਗਲੀਆਂ ਦੇ ਵਿੱਚ ਨਰ ਜਾਏ ਵਸੇ ਵੋ ਗੰਗ ਕਿਨਾਰੇ, ਉਹ ਨਰ ਪੁਰਸ਼ ਮਨੁੱਖ ਜਿਹੜਾ ਜਾ ਕੇ ਵਸ ਜਾਵੇ, ਜਾਂ ਫਿਰ ਗੰਗ ਕਿਨਾਰੇ, ਜਾਂ ਗੰਗਾ ਦੇ ਕਿਨਾਰੇ ਬੈਠ ਕੇ ਪਰਮਾਤਮਾ ਦਾ ਸਿਮਰਨ ਕਰੇ। ਜਿਹਦੇ ਨਾਲ ਇਸ ਤਰ੍ਹਾਂ ਹੋ ਗਿਆ ਨਾ ਜੋ ਉਪਰੋਕਤ ਦੱਸਿਆ, ਕਵੀ ਜੀ ਕਹਿੰਦੇ ਉਹ ਸੰਸਾਰ ਵਿੱਚ ਜਿਹੜੇ ਪਾਵਨ ਪਵਿੱਤਰ ਭੂਤਰ ਪਹਾੜ ਹੈ, ਉਹਨਾਂ 'ਤੇ ਤਪੱਸਿਆ ਲਈ ਚਲਿਆ ਜਾਏ, ਜਾਂ ਦਰੀ ਪਹਾੜਾਂ ਦੀਆਂ ਗੁਫਾਵਾਂ ਵਿੱਚ, ਜਾਂ ਜੰਗਲਾਂ ਦੀ ਜਿਹੜੀਆਂ ਕੁੰਜ ਗਲੀਆਂ ਹਨ, ਭਾਵ ਜੰਗਲਾਂ ਦੇ ਵਿੱਚ ਚਲਿਆ ਜਾਏ,
ਨਰ ਜਾਏ ਵਸੇ। ਉਹ ਮਨੁੱਖ ਉੱਥੇ ਜਾ ਵਸੇ। ਉਹ ਦਾ ਅਰਥ ਉਹ ਮਨੁੱਖ ਜਾ ਵਸੇ ਅਤੇ ਅੱਗਾ ਜਾਣ ਨਹੀਂ ਤਾਂ ਫਿਰ ਗੰਗਾ ਦੇ ਕਿਨਾਰੇ ਜਾ ਕੇ ਵਸ ਕੇ ਪਰਮੇਸ਼ਰ ਦਾ ਭਜਨ ਸਿਮਰਨ ਕਰਦਾ ਰਹੇ। ਸਿਮਰਨ ਕਰੇ, ਸਮਾਂ ਨਾ ਗਵਾਏ। ਸਵਈਆ ਪ੍ਰਾਂਤ ਸਮੇਂ ਭਿਖ ਪਾਵਨ ਨੀਰ। ਹੇ ਭਾਈ, ਗੰਗਾ ਦੇ ਕਿਨਾਰੇ ਰਹਿ ਕੇ ਪ੍ਰਾਤ ਸਮੇਂ ਭਾਵ ਸਵੇਰ ਦੇ ਸਮੇਂ ਵੇਲੇ, ਅੰਮ੍ਰਿਤ ਵੇਲੇ, ਰਾਤ ਸਮੇਂ ਭਾਵ ਅੰਮ੍ਰਿਤ ਵੇਲੇ ਗੰਗਾ ਦਾ ਜਿਹੜਾ ਪਾਵਨ ਨੀ ਪਵਿੱਤਰ ਪਾਣੀ ਹੈ, ਜਲ ਹੈ, ਵੇਖੋ ਉਸ ਨੂੰ ਵੇਖ ਕਰਕੇ ਸੋ ਪਾਨ ਕਰੇ। ਉਸ ਨੂੰ ਪਾਨ ਕਰੀਏ, ਪੀਣਾ ਕਰੇ। ਪਾਨ ਦਾ ਅਰਥ ਪੀਣਾ, ਪੀਣਾ ਕਰੇ। ਮੁਖ ਗੰਗ ਉਚਾਰੇ, ਮੁਖੋਂ ਗੰਗਾ ਜੀ ਦਾ ਨਾਮ ਉਚਾਰੇ, ਉਚਾਰਨਾ ਕਰੇ। ਗੰਗਾ ਨਾਮ ਉਂਝ ਕਿਹੜਾ ਹੈ? ਗੰਗਾ ਦਾ ਨਾਮ ਮਾਰੇ ਕਹਿੰਦੇ ਗੰਗਾ ਜਲ ਗੁਰ ਗੋਬਿੰਦ ਨਾਮ। ਪਰਮੇਸ਼ਰ ਦਾ ਨਾਮ ਹੀ ਗੰਗਾ ਦਾ ਜਲ ਹੈ। ਉਸ ਨੂੰ ਹੀ ਛਕਣਾ ਕਰੇ। ਮੁੱਖੋਂ ਗੰਗਾ ਜਲ ਪਰਮਾਤਮਾ ਦੇ ਨਾਮ ਨੂੰ ਉਚਾਰੇ। ਪੂਰਬ ਔਰ ਕਰੇ ਮੁਖ ਕੋ। ਫਿਰ ਗੰਗਾ ਨਦੀ ਵਿੱਚ ਖਲੋ ਕੇ ਪੂਰਬ ਔਰ ਅਰਥ ਵੱਲ ਜਾਂ ਦਿਸ਼ਾ ਤਰਫ। ਪੂਰਬ ਦੀ ਦਿਸ਼ਾ, ਪੂਰਬ ਦੀ ਤਰਫ, ਪੂਰਬ ਦੀ ਵੱਲ ਆਪਣਾ ਜਿਹੜਾ ਕਰੇ ਮੁਖ ਨੂੰ ਕਰਨਾ ਕਰੇ। ਅਤੇ ਹਰ ਪਦ ਹੈ ਨੀਰ ਸਰੀਰ ਪਖਾਰੇ। ਉਸ ਹਰ ਪਰਮਾਤਮਾ ਦੇ ਜਿਹੜੇ ਪਦ ਹੈ, ਚਰਨ ਹੈ, ਉਹ ਚਰਨਾਂ ਦੇ ਜਿਹੜੇ ਨੀਰ ਹੈ, ਜਲ ਨਾਲ ਆਪਣੇ ਸਰੀਰ ਨੂੰ ਪਖਾਰੇ ਕਹੀਏ, ਧੋਣਾ ਕਰੇ ਭਾਵ ਇਸ਼ਨਾਨ ਕਰੇ। ਹਰ ਪਦ ਹੈ ਨੀਰ। ਪਰਮੇਸ਼ਰ ਦੇ ਜਿਹੜੇ ਚਰਨਾਂ ਦਾ ਜਲ ਹੈ, ਉਹ ਗੰਗਾ ਵਿੱਚ ਜਲ ਹੀ ਹੈ ਨਾ ਪਰਮੇਸ਼ਰ ਦਾ। ਚਰਨ ਧੋਤੇ ਜਦੋਂ, ਅਤੇ ਉਸ ਨਾਲ ਸਰੀਰ ਨੂੰ ਧੋਣਾ ਕਰੇ, ਇਸ਼ਨਾਨ ਕਰੇ। ਅੰਮ੍ਰਿਤ ਵੇਲੇ ਉੱਠੇ, ਜਲ ਛਕਣਾ ਕਰੇ। ਪੂਰਬ ਦੀ ਚੜ੍ਹਦੀ ਵੱਲ ਮੁਖ ਕਰਕੇ ਅਤੇ ਸਰੀਰ ਨੂੰ ਧੋਣਾ ਕਰੇ। ਬੈਠ ਸਿਲਾ ਤਲ ਨੈਣ ਮਿਲਾਏ। ਫਿਰ ਗੰਗਾ ਦੇ ਕਿਨਾਰੇ ਸਿਲਾ ਜੋ ਪੱਥਰ ਹੈ, ਉਹ ਪੱਥਰ ਦੇ ਤਲ ਕਹੀਏ ਉੱਪਰ ਹੈ। ਪੱਥਰ ਦੇ ਉੱਪਰ ਬੈਠ ਕੇ ਆਪਣੇ ਜਿਹੜੇ ਦੋਵੇਂ ਨੈਣ ਨੇਤਰ ਹੈ, ਉਹ ਮਿਲਾਏ, ਬੰਦ ਕਰੇ। ਬੰਦ ਕਰਕੇ ਸਿਲਾ ਤਲ, ਪੱਥਰ ਦੀ ਸਿਲਾ ਉੱਪਰ ਬੈਠ ਕੇ ਨੈਣ ਨੇਤਰ ਮਿਲਾ ਕੇ ਸੋ ਰਾਮ ਰਮਾਪਤ ਮੈਂ ਉਰ ਧਾਰੇ। ਜੋ ਰਮਾ ਲక్ష్ਮੀ ਹੈ, ਲక్ష్ਮੀ ਦੇ ਜੋ ਪਤੀ ਵਿਸ਼ਨੂੰ ਭਗਵਾਨ ਜੀ ਹੈ, ਰਮਾਪਤ ਦਾ ਸਿੱਧਾ ਅਰਥ ਲక్ష్ਮੀ ਦਾ ਪਤੀ ਵਿਸ਼ਨੂੰ ਜੀ। ਵਿਸ਼ਨੂੰ ਭਗਵਾਨ ਨੂੰ ਉਰ ਧਾਰੇ, ਆਪਣੇ ਹਿਰਦੇ ਵਿੱਚ ਧਾਰਨਾ ਕਰੇ। ਸੋ ਰਾਮ, ਉਹ ਜੋ ਰਾਮ ਕਹੀਏ ਪਰਮਾਤਮਾ ਅਤੇ ਲక్ష్ਮੀ ਦਾ ਪਤੀ ਹੈ, ਉਸ ਨੂੰ ਹਿਰਦੇ ਵਿੱਚ ਧਾਰਨਾ ਕਰੇ। ਨਾਮ ਇਹ ਮੁਖ ਮਾਹੇ ਰਟੇ। ਅਤੇ ਆਪਣੇ ਮੁਖ ਵਿੱਚੋਂ, ਮੁਖ ਮਾਹੇ ਜਾਂ ਮੁਖ ਵਿੱਚ ਪਰਮਾਤਮਾ ਦੇ ਇਹ ਜਿਹੜੇ ਨਾਮ ਉਹ ਉਚਾਰਨਾ ਕਰੇ। ਉਹ ਕਿਹੜੇ ਨਾਮ ਅੱਗੇ ਕਹਿੰਦੇ ਹੈ? ਹਰਿ ਦੀਨ ਦਇਆਲ ਮੁਕੰਦ ਮਰਾਰੇ। ਇਹ ਹਰੀ ਪ੍ਰਭੂ ਦੁੱਖਾਂ ਨੂੰ ਨਾਸ਼ ਕਰਕੇ ਹਰਿਆਂ ਭਰਿਆਂ ਕਰ ਦੇਣ ਵਾਲੇ ਪਰਮੇਸ਼ਰ, ਹਰ ਵੇਲੇ ਜਪਣੇ ਯੋਗ, ਇਹ ਹਰ ਕਰੇ। ਦੀਨ ਗਰੀਬਾਂ ਉੱਪਰ ਦਿਆਲਤਾ ਕਰਨ ਵਾਲੇ ਹੈ। ਮੁਕੰਦ ਮੁਕਤੀ ਦੇ ਦਾਤੇ ਹੋ। ਮੁਰਾਰੀ ਮੋਹਰ ਨਾਮੇ ਦੈਂਤ ਨੂੰ ਮਾਰਨ ਵਾਲੇ ਹੋ। ਮੋਹ ਆਦਿ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਤੁਸੀਂ ਯਾਰ ਵੈਰੀ ਹੋ। ਕੱਟ ਕੇ ਰੱਖ ਦੇਣ ਵਾਲੇ ਹੋ। ਇਸ ਤਰ੍ਹਾਂ ਬੇਨਤੀਆਂ ਕਰੇ। ਇਹ ਨਾਮ ਉਚਾਰੇ। ਮੁਖ ਮਾਹੇ ਰਟੇ, ਮੁਖ ਦੇ ਵਿੱਚ
ਰਟੇ ਕਈ ਉਚਾਰਨਾ ਕਰੇ ਇਹ ਨਾਮ ਕਿਹੜੇ। ਹਰ ਹਰ ਕਹੇ ਦੀਨ ਦਿਆਲ ਮੁਕੰਦ ਮਰਾਰੀ ਪਤਿਤ ਪਾਵਨ ਭਗਤ ਵਛਲ ਸਾਰੇ ਨਾਮ ਜਪੇ। ਕਹਿਣ ਤੋਂ ਭਾਵ ਵੀ ਬੰਦਗੀ ਕਰੇ ਪਰਮੇਸ਼ਰ ਦੀ, ਬੰਦਗੀ ਵਿੱਚ ਹੀ ਸੁੱਖ ਹੈ, ਸਿਮਰਨ ਕਰੇ ਉਸ ਪਰਮੇਸ਼ਰ ਦਾ। ਸੋ ਇਸ ਪ੍ਰਕਾਰ ਜਿਹੜੇ ਇੱਥੇ ਕਹਿ ਰਹੇ ਹਨ, ਸਵਈਆ ਜਾਂ ਜਲ ਕੋ ਬਿਦਪਾਲ ਕਰਿਓ, ਜਾਂ ਜਲ ਕੋ, ਜਿਸ ਜਲ ਨੂੰ ਵੇਦ ਬ੍ਰਹਮਾ ਨੇ ਪਾਲ ਕਈਓ ਪਾਲਣਾ ਕਰਿਓ ਕੀਤਾ। ਤੇ ਇਹ ਜਲ ਪ੍ਰਾਪਤ ਕਿਵੇਂ ਹੋਇਆ ਸੀ? ਅਗਲੀ ਜਿਹੜੀ ਅੱਧੀ ਤੁਕ ਉਹਦੇ ਵਿੱਚ ਦੱਸਦੇ ਆ, ਪੁਨ ਪਾਵਨ ਬਾਮਨ ਪਦ ਬੁਖਾਰੇ, ਕਿ ਜਦੋਂ ਬਾਮਨ ਅਵਤਾਰ ਧਾਰ ਕੇ ਦੋ ਕਰਮਾਂ ਵਿੱਚ ਤਿੰਨ ਲੋਕ ਮਿਲੇ ਸਨ, ਤੇ ਜਦੋਂ ਭਗਵਾਨ ਜੀ ਦਾ ਚਰਨ ਬ੍ਰਹਮ ਲੋਕ ਵਿੱਚ ਗਿਆ ਸੀ, ਇਹ ਪਾਦ ਇਸ ਚਰਨ ਨੂੰ ਪਾਵਨ ਪਵਿੱਤਰ ਸਮਝ ਕੇ ਬ੍ਰਹਮਾ ਜੀ ਨੇ ਜਲ ਨਾਲ ਪਖਾਰੇ ਧੋਣਾ ਕੀਤਾ ਸੀ। ਫਿਰ ਉਹ ਜਲ ਸੰਭਾਲਿਆ ਸੀ ਜਿਸ ਨੂੰ ਗੰਗਾ ਕਿਹਾ ਜਾਂਦਾ। ਫਿਰ ਇਸੇ ਜਲ ਨੂੰ ਪਵਿੱਤਰ ਜਾਣਿਆ ਜਾਂਦਾ ਹੈ। ਜਾਂ ਜਲ ਕੋ ਬਿਦਪਾਲ ਕਰਿਓ। ਕਵੀ ਜਿੱਥੇ ਬਹੁਤ ਵੱਡੀ ਸਾਖੀ ਦੇ ਪ੍ਰਥਾਏ ਸੰਬੰਧ ਵਿੱਚ ਕਹਿ ਰਹੇ ਹੈ ਕਿ ਜਿਸ ਜਲ ਨੂੰ ਬਿਦ ਬ੍ਰਹਮਾ ਨੇ ਪਾਲਣਾ ਕੀਤਾ ਸੀ, ਫਿਰ ਕਿ ਪਾਵਨ ਬਾਵਨ ਭਗਵਾਨ ਦੇ ਜਿਹੜੇ ਪਾਦ ਚਰਨ ਪਵਿੱਤਰ ਸਨ, ਉਹਨਾਂ ਨੂੰ ਧੋਣਾ ਕੀਤਾ ਸੀ। ਉਸ ਵੇਲੇ ਜਦੋਂ ਉਹਨਾਂ ਨੇ ਬਾਵਨ ਅਵਤਾਰ ਧਾਰਿਆ ਸੀ, ਤੇ ਬਾਵਨ ਅਵਤਾਰ ਧਾਰ ਕੇ ਜਦੋਂ ਬ੍ਰਹਮ ਲੋਕ ਚਰਨ ਗਿਆ, ਉਹ ਚਰਨ ਨੂੰ ਧੋਤਾ ਤੇ ਉਹ ਕਰਮੰਡਲ ਦੇ ਵਿੱਚ ਪਾ ਲਿਆ ਸੀ। ਉਸੇ ਤੋਂ ਹੀ ਗੰਗਾ ਬਣੀ ਹੈ। ਸ਼ੰਕਰ ਪਾਵਨ ਹੇਰ ਉਰੇ, ਸ਼ਿਵ ਜੀ ਨੇ ਉਸ ਜਲ ਨੂੰ ਆਪਣੇ, ਗੰਗਾ ਦੀ ਹੁਣ ਮਹਿਮਾ ਕਹਿ ਰਹੇ ਵੀ ਕਿੱਥੋਂ ਗੰਗਾ ਆਈ ਹੈ, ਕਿਵੇਂ ਗੰਗਾ ਬਣੀ। ਕਵੀ ਜੀ ਦਾ ਇਹ ਕਹਿਣ ਦਾ ਪ੍ਰਯੋਜਨ ਹੈ, ਸ਼ੰਕਰ ਪਾਵਨ ਹੇਰ ਉਰੇ, ਸ਼ਿਵ ਜੀ ਨੇ ਉਸ ਜਲ ਨੂੰ ਆਪਣੇ ਉਰੇ ਕਹੀਏ ਮਨ ਵਿੱਚ ਪਾਵਨ ਪਵਿੱਤਰ ਪਾਵਨ ਹੇਰ ਦੇਖ ਕਰਕੇ ਸਮਝ ਕਰਕੇ ਪੁਨ ਸੀਸ ਨਿਰੰਤਰ ਸੋ ਜਲ ਧਾਰੇ। ਫਿਰ ਉਹ ਜਿਹੜਾ ਜਲ ਸੀ ਉਸ ਨੂੰ ਨਿਰੰਤਰ ਇੱਕ ਰਸ ਆਪਣੇ ਸੀਸ ਦੇ ਉੱਪਰ ਧਾਰਨ ਕਰ ਲਿਆ ਸੀ। ਸ਼ੰਕਰ ਜੀ ਨੇ ਆਪਣੇ ਹਿਰਦੇ ਵਿੱਚ ਪਵਿੱਤਰ ਗੰਗਾ ਜਲ ਨੂੰ ਦੇ ਕੇ ਤੇ ਸੀਸ ਉੱਪਰ ਉਸ ਗੰਗਾ ਜਲ ਨੂੰ ਨਿਰੰਤਰ ਇੱਕ ਰਸ ਧਾਰ ਲਿਆ ਸੀ। ਭਾਵ ਉਦੋਂ ਗੰਗਾ ਜਲ ਨਹੀਂ ਸੀ ਗਿਆ। ਜਦੋਂ ਭਗਵਾਨ ਦੇ ਚਰਨਾਂ ਨੂੰ ਧੋ ਕੇ ਬ੍ਰਹਮਾ ਜੀ ਨੇ ਜਲ ਰੱਖਿਆ, ਉਸ ਜਲ ਨੂੰ ਸ਼ਿਵ ਜੀ ਨੇ ਨਿਰੰਤਰ ਇੱਕ ਰਸ ਸੀਸ ਵਿੱਚ ਪਵਿੱਤਰ ਜਾਣ ਕੇ ਧਾਰ ਲਿਆ ਸੀ। ਭੂਪ ਭਗੀਰਥ ਕਹਿ ਤਪਸਾ, ਫਿਰ ਜਿਹੜਾ ਭਗੀਰਥ ਰਾਜਾ ਹੋਇਆ ਹੈ, ਉਸ ਭਗੀਰਥ ਰਾਜੇ ਨੇ ਤਪਸਾ ਬੜੀ ਕਠਿਨ ਤਪੱਸਿਆ ਕਹਿ ਕਹੀਏ ਕਰਕੇ ਪੁਨ ਜਾਂ ਜਲ ਸੋ ਕੁਲ ਭੂਪਤ ਤਾਰੇ, ਹੇ ਮਨ ਵੇਖ ਪੁਨ। ਫਿਰ ਜਾਂ ਜਲ, ਜਿਸ ਜਲ ਨਾਲ ਆਪਣੀ ਕੁਲ ਦੇ ਵਡੇਰੇ ਜਿਹੜੇ 60,000 ਭੂਪਤ ਰਾਜੇ ਸੀ, ਉਹ ਰਾਜਿਆਂ ਨੂੰ ਤਾਰ ਦਿੱਤਾ। ਭਾਵ ਸਗਰ ਰਾਜੇ ਦੇ 60,000 ਪੁੱਤਰਾਂ ਦਾ ਆਧਾਰ ਕੀਤਾ ਸੀ। ਭੂਪ ਭਗੀਰਥ ਕਹਿ ਤਪਸਾ, ਵੀ ਰਾਜਾ ਭਗੀਰਥ ਨੇ ਤਪੱਸਿਆ ਕਰਕੇ ਫਿਰ ਜਿਸ ਜਲ ਨਾਲ ਆਪਣੀ ਕੁਲ ਦੇ ਸਾਰੇ ਜਿਹੜੇ 60,000 ਰਾਜੇ ਤਾਰੇ ਸਨ। ਗੰਗਾ ਮਾਤਾ ਜੋ ਹੈ, ਜਿਹੜੀ ਗੰਗਾ ਨਦੀ ਹੈ, ਵੀ ਉਹ ਕਿਵੇਂ ਬਣੀ ਹੈ, ਕਿਵੇਂ ਧਰਤੀ 'ਤੇ ਆਈ, ਇਹ ਸਾਰੀ ਇੱਕ ਸਾਖੀ ਵੀ ਹੈ, ਗੁਰਬਾਣੀ 'ਚ ਵੀ ਆਉਂਦੀ ਹੈ ਬੜੀ ਵਿਸਥਾਰ ਨਾਲ। ਇੱਥੇ ਵੀ ਉਹ ਸਾਖੀ ਆਪਾਂ
ਪੜ੍ਹਦੇ ਹਾਂ ਸਮਝ ਦੇ ਨਾਲ ਵੀ ਉਚਾਰਦੇ ਹਾਂ। ਉਹ ਸਾਖੀ ਉੱਥੇ ਮੀਰ ਭੰਡਾਰ ਟੀਕੇ 'ਚ ਵੀ ਲਿਖੀ ਹੋਈ ਹੈ। ਮਹਾਂਭਾਰਤ ਆਦਿ ਗ੍ਰੰਥਾਂ ਅਨੁਸਾਰ ਭਗੀਰਥ ਜਿਹੜਾ ਸੀ ਇਹ ਦਲੀਪ ਰਾਜ ਦਾ ਪੁੱਤਰ ਸੂਰਿਆਵੰਸ਼ੀ ਅਯੁੱਧਿਆ ਦਾ ਰਾਜਾ ਸੀ। ਭਾਵ ਸ਼੍ਰੀ ਰਾਮ ਚੰਦਰ ਭਗਵਾਨ ਦੇ ਇਹ ਸੂਰਿਆਵੰਸ਼ੀ ਸੀ। ਰਘੂਵੰਸ਼ੀ ਨਾਮ ਪੈ ਗਿਆ, ਪਹਿਲਾਂ ਸੂਰਿਆਵੰਸ਼ੀ ਸੀ। ਉਹ ਸੂਰਿਆਵੰਸ਼ੀ ਅਯੁੱਧਿਆ ਦਾ ਰਾਜਾ ਸੀ। ਇਸ ਦੇ 7ਵੇਂ ਭਾਵ ਸਭ ਤੋਂ ਪਹਿਲਾਂ ਇਸ ਦਾ ਰਾਜਾ ਵਡੇਰਾ ਰਾਜਾ ਸਗਰ ਹੋਇਆ ਹੈ। ਉਸ ਦੀ ਇੱਕ ਰਾਣੀ ਦੇ ਇੱਕ ਲਾਇਕ ਪੁੱਤਰ ਸੀ ਅਤੇ ਦੂਜੀ ਦੇ ਬਹੁਤ ਜ਼ਿਆਦਾ ਭਾਵ 60,000 ਪੁੱਤਰ ਸਨ। ਇੱਕ ਰਾਣੀ ਦਾ ਅਤੇ ਇੱਕ ਲਾਇਕ ਪੁੱਤਰ, ਦੂਜੀ ਦੇ 60,000 ਪੁੱਤਰ ਸਨ। ਜਿਵੇਂ ਪੁਰਾਣਾਂ 'ਚ ਮਹਾਂਭਾਰਤ 'ਚ ਕਥਾ ਆਉਂਦੀ। ਜਦ ਇਹ ਥੋੜ੍ਹੇ ਜਿਹੇ ਵੱਡੇ ਹੋਏ ਤਾਂ ਨਗਰ ਦੇ ਹੋਰਨਾਂ ਬੱਚਿਆਂ ਨੂੰ ਫੜ ਕੇ ਦਰਿਆ ਵਿੱਚ ਡੋਬ ਦਿਆ ਕਰਨ। ਲੋਕਾਂ ਨੇ ਰਾਜੇ ਨੂੰ ਕਿਹਾ ਕਿ ਤੇਰੇ ਪੁੱਤਰ ਤਾਂ ਬਹੁਤ ਉਪਦਰਵੀ, ਝਗੜਾਲੂ, ਲੜਾਈਖੋਰ ਹਨ ਵੀ ਉਹ ਤਾਂ ਆਮ ਪ੍ਰਜਾ ਨੂੰ ਪਾਣੀ ਵਿੱਚ ਹੀ ਡੋਬੀ ਜਾ ਰਹੇ। ਦੂਜਿਆਂ ਦਾ ਨਾ ਕਿੱਥੋਂ ਪ੍ਰਜਾ ਦਾ ਭਲਾ ਕਰਨਾ ਜਿਹੜੇ ਕਸੂਰਵਾਰ ਹੋਏ। ਰਾਜ ਨੇ ਕਿਹਾ ਕਿ ਮੈਂ ਪਹਿਲਾਂ ਇੱਕ ਜੱਗ ਕਰ ਲਵਾਂ, ਫਿਰ ਇਹਨਾਂ ਨਾਲ ਗੱਲ ਕਰਾਂਗਾ। ਜੱਗ ਕਰਨ ਲਈ ਇਸ ਨੇ ਇੱਕ ਘੋੜਾ ਛੱਡਿਆ। ਉਸ ਘੋੜੇ ਨੂੰ ਵੇਖਣ ਲਈ ਇਸ ਨੇ ਆਪਣੇ 60,000 ਪੁੱਤਰ ਸੈਨਾ ਸਮੇਤ ਮਗਰ ਲਾ ਦਿੱਤੇ। ਉੱਧਰ ਜਦੋਂ ਇੰਦਰ ਨੂੰ ਇਸ ਗੱਲ ਦਾ ਪਤਾ ਲੱਗਿਆ, ਉਸ ਨੇ ਸੋਚਿਆ ਕਿ ਜੇਕਰ ਜੱਗ ਪੂਰਾ ਹੋ ਗਿਆ ਤਾਂ ਕਿਤੇ ਰਾਜਾ ਸਗਰ ਮੇਰੀ ਪਦਵੀ ਨਾ ਖੋਹ ਲਵੇ, ਕਿਉਂਕਿ ਉਹ ਖੋਸੀ ਜਾਂਦੀ, ਡਿੱਗੈ ਡੋਲੈ ਹੁੰਦੀ ਰਹਿੰਦੀ, ਡਿੱਗਦੀ ਡੋਲਦੀ ਰਹਿੰਦੀ ਇੰਦਰ ਪਦਵੀ। ਇਸ ਤਰ੍ਹਾਂ ਵਿਚਾਰ ਕੇ ਇਸਨੇ ਘੋੜਾ ਅਲੋਪ ਕਰਕੇ ਜਿੱਥੇ ਕਪਲ ਮੁਨੀ ਤਪੱਸਿਆ ਕਰਦਾ ਸੀ, ਉਹ ਜੋ ਕਲਕੱਤੇ ਤੋਂ ਅੱਗੇ 35 ਮੀਲ ਸਮੁੰਦਰ ਲਾਗੇ ਹੀ ਕਪਲ ਮੁਨੀ ਦੀ ਸਮਾਧ ਬਣੀ ਹੋਈ ਹੈ ਹੁਣ। ਅਤੇ ਉੱਥੇ ਪਤਾਲਪੁਰੀ ਵਿੱਚ ਕਪਲ ਮੁਨੀ ਸਮਾਧੀ ਲਾਈ ਬੈਠਾ ਸੀ। ਤਾਂ ਇੰਦਰ ਨੇ ਉਹ ਘੋੜਾ ਛਪਾ ਕੇ ਛਲ ਨਾਲ ਕਪਲ ਮੁਨੀ ਦੇ ਪਿਛਲੇ ਪਾਸੇ ਜਾ ਕੇ ਬੰਨ੍ਹ ਦਿੱਤਾ। ਕਪਲ ਮੁਨੀ ਨੂੰ ਕੁਝ ਵੀ ਪਤਾ ਨਾ ਲੱਗਣ ਦਿੱਤਾ। ਉਹ ਰਾਜੇ ਦੇ ਸਾਰੇ ਪੁੱਤਰ ਘੋੜਾ ਭਾਲਦੇ ਭਾਲਦੇ ਹੰਭ ਗਏ। ਅਖੀਰ ਉਹ ਥਾਂ ਪੁੱਟਦੇ ਪੁੱਟਦੇ 100 ਯੋਜਨ ਜਦੋਂ ਹੇਠਾਂ ਤੱਕ ਗਏ ਤਾਂ ਉੱਥੇ ਕਪਲ ਮੁਨੀ ਸਮਾਧੀ ਲਾਈ ਬੈਠਾ ਸੀ। ਇਹ ਕਪਲ ਮੁਨੀ ਦੇ ਪਿੱਛੇ ਘੋੜਾ ਵੱਝਾ ਦੇ ਕੇ ਉਸ ਨੂੰ ਲੱਤਾਂ ਮਾਰਨ ਲੱਗ ਪਏ। ਕਹਿੰਦੇ ਕਿ ਤੂੰ ਸਾਡਾ ਘੋੜਾ ਚੁਰਾ ਲਿਆਂਦਾ, ਮੂਰਖਾ, ਇਹ ਕੀ ਕੀਤਾ ਤੂੰ? ਤੈਨੂੰ ਪਤਾ ਨਹੀਂ ਕਿੰਨੇ 60,000 ਭਰਾ ਹੀ ਆ, ਤੈਨੂੰ ਛੱਡਾਂਗੇ ਨਹੀਂ। ਉਸ ਵੇਲੇ ਕਪਲ ਮੁਨੀ ਦੀ ਸਮਾਧੀ ਖੁੱਲ੍ਹੀ ਅਤੇ ਅੱਖਾਂ ਵਿੱਚੋਂ ਅਜਿਹੀ ਅੱਗ ਨਿਕਲੀ ਜਿਸ ਕਰਕੇ ਉਹ 60,000 ਸਾਰੇ ਦੇ ਸਾਰੇ ਸੜ ਕੇ ਸੁਆਹ ਹੋ ਗਏ। ਕਪਲ ਮੁਨੀ ਨੇ ਸ਼ਾਸਤਰ ਵੀ ਲਿਖਿਆ, ਬਹੁਤ ਮਹਾਨ ਹੈ ਕਪਲ ਮੁਨੀ, ਸ਼ਕਤੀ ਵਾਲਾ ਸੀ। ਤਦੋਂ ਰਿਸ਼ੀਆਂ ਨੇ ਵਿਚਾਰ ਕੀਤੀ ਕਿ ਰਾਜੇ ਦੇ ਪੁੱਤਰ ਬੇਗਤ ਹੋ ਕੇ ਮਰੇ ਆ, ਭਾਵ ਅਜਾਈ ਮੌਤੇ ਮਰ ਗਏ ਆ। ਜੇਕਰ ਗੰਗਾ ਹੇਠਾਂ ਆ ਜਾਏ ਤਾਂ ਇਸ ਥਾਂ 'ਤੇ ਪਵੇ ਤਾਂ ਇਹਨਾਂ ਦੀ ਕਲਿਆਣ ਹੋ ਸਕਦੀ। ਉਹ ਗੰਗਾ ਬ੍ਰਹਮਾ ਜੀ ਦੇ ਪਾਸ ਕਮੰਡਲ ਵਿੱਚ ਹੈ। ਜਿਸ ਵੇਲੇ ਵਿਸ਼ਨੂੰ ਜੀ ਨੇ ਵਾਮਨ ਅਵਤਾਰ ਧਾਰਿਆ ਸੀ, ਤਦੋਂ ਬ੍ਰਹਮ ਲੋਕ ਵਿੱਚ ਜਦੋਂ ਚਰਨ ਪਿਆ, ਬ੍ਰਹਮਾ ਜੀ ਨੇ ਵਿਸ਼ਨੂੰ ਜੀ ਦੇ ਚਰਨ ਧੋ ਕੇ ਉਹ ਜਲ ਕਰਮੰਡਲ ਵਿੱਚ ਪਾ ਲਿਆ ਸੀ। ਇਸ ਖਿਆਲ ਨਾਲ ਗੰਗਾ ਨੂੰ ਬ੍ਰਹਮਪੁਰੀ ਤੋਂ ਪ੍ਰਿਥਵੀ ਉੱਤੇ ਲਿਆਉਣ ਲਈ ਰਾਜੇ ਸਗਰ ਨੇ ਆਪਣੇ ਦੂਜੇ ਪੁੱਤਰ ਨੂੰ ਰਾਜ ਭਾਗ ਦੇ ਕੇ ਆਪ ਤਪੱਸਿਆ ਕੀਤੀ। ਉਸ ਤੋਂ ਬਾਅਦ ਉਸ ਦੇ ਦੂਸਰੇ ਪੁੱਤਰ ਨੇ ਤਪੱਸਿਆ ਕੀਤੀ। ਇਹ ਤਪੱਸਿਆ ਕਰਦੇ ਕਰਦੇ 7ਵੇਂ ਥਾਂ 'ਤੇ ਭਗੀਰਥ ਹੋਇਆ ਰਾਜਾ। ਇਸ ਨੇ ਗੰਗਾ ਨੂੰ ਪ੍ਰਿਥਵੀ ਉੱਪਰ ਲਿਆਉਣ ਵਾਸਤੇ ਹਿਮਾਲੇ 'ਤੇ ਗੋਕਰਨ ਅਸਥਾਨ 'ਤੇ ਘੋਰ ਤਪ ਕੀਤਾ, ਬ੍ਰਹਮਾ ਨੂੰ ਪ੍ਰਸੰਨ ਕਰ ਲਿਆ, ਬੜੀ ਤਪੱਸਿਆ ਕੀਤੀ। ਬ੍ਰਹਮਾ ਨੇ ਕਿਹਾ ਕਿ ਕੀ ਚਾਹੁੰਦਾ ਹੈ ਵਰੰਗੁਰੂ,
ਕੀ ਵਾਰ ਮੰਗਦਾ ਹੈ? ਇਹ ਕਹਿੰਦਾ ਮਹਾਰਾਜ ਮੈਨੂੰ ਗੰਗਾ ਮੈਂ ਲਿਆ ਕੇ ਆਉਣੀ ਚਾਹੁੰਦਾ ਇੱਥੇ ਧਰਤੀ ਉੱਪਰ। ਬ੍ਰਹਮਾ ਨੇ ਕਿਹਾ ਤੂੰ ਗੰਗਾ ਤੋਂ ਕਿ ਤੂੰ ਗੰਗਾ ਤਾਂ ਲੈ ਜਾ, ਪਰ ਇਹ ਤੇਰੇ ਕੋਲ ਸੰਭਾਲੀ ਨਹੀਂ ਜਾਣੀ। ਭਗੀਰਥ ਨੇ ਕਿਹਾ ਕਿ ਫਿਰ ਮੈਂ ਕੀ ਕਰਾਂ ਮਹਾਰਾਜ, ਤੁਸੀਂ ਦੱਸੋ ਮੈਨੂੰ। ਬ੍ਰਹਮਾ ਜੀ ਕਹਿਣ ਲੱਗੇ ਕਿ ਜੇਕਰ ਤੂੰ ਸ਼ਿਵ ਜੀ ਨੂੰ ਪ੍ਰਸੰਨ ਕਰ ਲਵੇਂ ਨਾ ਤਪੱਸਿਆ ਕਰਕੇ, ਤਾਂ ਉਹ ਇਸ ਗੰਗਾ ਨੂੰ ਗ੍ਰਹਿਣ ਕਰ ਸਕਦਾ, ਫਿਰ ਇਹ ਧਾਰ ਬਣ ਕੇ ਚੱਲ ਸਕਦੀ। ਜਦੋਂ ਧਾਰਨ ਦੀ ਗੱਲ ਆਉਂਦੀ ਤਾਂ ਸ਼ਿਵ ਜੀ ਦਾ ਹੀ ਕਹਿੰਦੇ ਆ। ਉਹ ਜਦੋਂ ਸ਼ੇਰ ਸਮੁੰਦਰ 'ਚੋਂ ਜ਼ਹਿਰ ਨਿਕਲੀ ਹਲਾਹਲ, ਉਦੋਂ ਵੀ ਕੋਈ ਮੂੰਹ ਨਹੀਂ ਕਰਦਾ, ਕਹਿੰਦੇ ਮਹਾਦੇਵ ਹੀ ਕਰ ਸਕਦਾ। ਅਤੇ ਕੰਠ ਵਿੱਚ ਧਾਰਨ ਕੀਤੀ ਅਤੇ ਨਾਮ ਪੈ ਗਿਆ ਨੀਲਕੰਠ। ਹੁਣ ਇੱਥੇ ਵੀ ਬ੍ਰਹਮਾ ਨੇ ਕਿਹਾ ਵੀ ਉਹ ਆਪਣੇ ਜੂੜੇ ਵਿੱਚ ਗੰਗਾ ਨੂੰ ਗ੍ਰਹਿਣ ਕਰ ਲਵੇ ਤਾਂ ਉਹਦੀ ਧਾਰ ਬਣ ਕੇ ਚੱਲ ਸਕਦੀ ਧਰਤੀ 'ਤੇ, ਫਿਰ ਤੂੰ ਸੰਭਾਲ ਸਕਦਾ। ਫਿਰ ਭਗੀਰਥ ਨੇ 6 ਮਹੀਨੇ ਸ਼ਿਵ ਜੀ ਭਗਵਾਨ ਦੀ ਅਰਾਧਨਾ ਕੀਤੀ, ਤਪੱਸਿਆ ਕੀਤੀ। ਸ਼ਿਵ ਜੀ ਛੇਤੀ ਖੁਸ਼ ਹੋ ਗਏ। 6 ਮਹੀਨੇ ਬਾਅਦ ਹੀ ਖੁਸ਼ ਹੋ ਗਏ। ਖੁਸ਼ ਹੋ ਕੇ ਪ੍ਰਗਟ ਹੋ ਗਏ, ਕਿਹਾ ਕਿ ਠੀਕ ਹੈ ਭਗੀਰਥ, ਚਲੋ ਠੀਕ ਹੈ ਜਿਵੇਂ ਕਹਿਣਾ। ਵਿਸ਼ਨੂੰ ਭਗਵਾਨ ਜੀ ਦੇ ਚਰਨਾਂ ਦਾ ਪਵਿੱਤਰ ਜਲ ਮੈਂ ਵੀ ਦੇਖ ਰਿਹਾ ਬਹੁਤ ਪਵਿੱਤਰ ਹੈ, ਅਤੇ ਮੇਰੀਆਂ ਜਟਾਵਾਂ ਦੇ ਵਿੱਚ ਪਾ ਦਿਓ ਕਰਮੰਡਲ ਦੇ। ਜਦ ਬ੍ਰਹਮਾ ਨੇ ਆਕਾਸ਼ ਤੋਂ ਗੰਗਾ ਭੇਜੀ ਕਰਮੰਡਲ ਦੇ ਰਾਹੀਂ ਹੇਠਾਂ ਨੂੰ, ਤਦ ਸ਼ਿਵ ਜੀ ਨੇ ਆਪਣਾ ਜਿਹੜਾ ਜਟਾ ਜੂਠ ਭਾਵ ਜੂੜਾ ਇੰਨਾ ਫੈਲਾ ਦਿੱਤਾ ਕਿ ਗੰਗਾ ਨੂੰ ਬਹੁਤ ਦੇਰ ਨਿਕਲਣ ਦਾ ਰਾਹ ਹੀ ਨਾ ਲੱਭਾ ਕਿ ਕਿੱਧਰ ਨਿਕਲਾਂ। ਐਡਾ ਤਗੜੇ ਕੇਸ ਹੀ ਕੇਸ ਜੜਾਵਾਂ ਹੀ ਕਰ ਲਈਆਂ। ਅੰਤ ਨੂੰ ਭਗੀਰਥ ਦੀ ਪ੍ਰਾਰਥਨਾ ਮੰਨ ਕੇ ਕਿ ਮਹਾਰਾਜ ਬਸ ਕਰੋ, ਹੁਣ ਹੇਠਾਂ ਆ ਲੈਣ ਦਿਓ। ਸ਼ਿਵ ਜੀ ਨੇ ਜਟਾ ਵਿੱਚੋਂ ਗੰਗਾ ਫਿਰ ਬੜੇ ਤਰੀਕੇ ਨਾਲ ਕੱਢੀ, ਜਿਸ ਨਾਲ ਧਰਤੀ ਦਾ ਜਿਹੜਾ ਨਾ ਨੁਕਸਾਨ ਨਾ ਹੋਏ। ਜਦੋਂ ਗੰਗਾ ਆਪਣੀ ਜੜਾਵਾਂ ਵਿੱਚੋਂ ਕੱਢੀ ਅਤੇ ਜਿਹਦੇ 7 ਪ੍ਰਵਾਹ ਫਿਰ ਹੋਏ ਚੱਲੇ ਦੱਸੇ ਜਾਂਦੇ। ਉਹਨਾਂ ਦੇ ਨਾਂ ਵੀ ਐਵੇਂ ਹੁਆਦਨੀ, ਪਾਵਨੀ ਅਤੇ ਨਲਨੀ। ਇਹ ਨਾਮ ਦੇ 3 ਪ੍ਰਵਾਹ ਪੂਰਬ ਦੀ ਤਰਫ ਚੜ੍ਹਦੀ ਤਰਫ ਵਹੇ। ਵੰਕਸ, ਸੀਤਾ ਅਤੇ ਸਿੰਧ ਇਹ 3 ਪ੍ਰਵਾਹ ਪੱਛਮ ਵੱਲ ਲਹਿੰਦੀ ਤਰਫ ਵਹਿ ਗਏ। ਇੱਕ ਭਗੀਰਥ ਦੇ ਰੱਥ ਪਿੱਛੇ ਤੁਰਿਆ 7ਵਾਂ ਪ੍ਰਵਾਹ, ਜਿੱਥੋਂ ਦੀ ਭਗੀਰਥ ਦਾ ਰੱਥ ਗਿਆ ਸੀ ਉਸ ਪਿੱਛੇ ਗੰਗਾ ਦਾ ਪ੍ਰਵਾਹ ਵਹਿਣ ਲੱਗਾ। ਜਿੱਥੋਂ ਦੀ ਭਗੀਰਥ ਦਾ ਰੱਥ ਗਿਆ ਨਾ, ਉਹ ਪਿੱਛੇ ਪਿੱਛੇ ਗੰਗਾ ਦਾ ਪ੍ਰਵਾਹ ਵਹਿਣ ਲੱਗਾ। ਅਤੇ ਉਹ ਜਲ ਕਪਲ ਮੁਨੀ ਦੇ ਸਮਾਧ ਕੋਲ ਲਿਜਾ ਕੇ, ਕਿਉਂਕਿ ਇਹਨੇ ਉੱਥੇ ਹੀ ਖੜਨਾ ਸੀ ਜਿੱਥੇ ਹੁਣ ਆਪਣੇ ਭਰਾਵਾਂ ਦੀ ਗਤੀ ਕਰਨੀ ਸੀ, ਉੱਧਰ ਹੀ ਰੱਥ ਇਹਨੇ ਖੜਿਆ ਕਪਲ ਮੁਨੀ ਦੀ ਸਮਾਧ ਵੱਲ। ਉੱਥੇ ਕੋਲ ਖੜ ਕੇ ਆਪਣੇ ਜਿਹੜੇ ਵੱਡੇ ਵਡੇਰੇ ਪਿੱਤਰ ਹੈ ਉਹਨਾਂ ਦਾ ਉਧਾਰ ਕੀਤਾ। ਭਰਾ ਹੀ ਜਿਹੜੇ ਸਨ ਉਹ ਲੱਗਦੇ ਸਨ। ਗੰਗਾ ਅਤੇ ਗੰਗਾ ਨੂੰ ਇਸ ਮਾਤ ਲੋਕ ਵਿੱਚ ਲਿਆਂਦਾ, ਆਪਣੇ ਪਿੱਤਰਾਂ ਦਾ ਉਧਾਰ ਕੀਤਾ। ਇਸ ਪ੍ਰਕਾਰ ਇੱਥੇ ਉਹ ਕਵੀ ਜੀ ਨੇ ਕਥਾ ਲਿਖੀ ਆ ਕਿ ਭੂਪ ਭਗੀਰਥ ਕੈ ਤਪਸਾ। ਭਗੀਰਥ ਰਾਜ ਨੇ ਤਪੱਸਿਆ ਕਰਕੇ ਗੰਗਾ ਦਾ ਜਲ ਲਿਆਂਦਾ ਸੀ। ਉਹਨ ਜਾਂ ਜਲ ਸੋ ਫਿਰ ਜਿਸ ਜਲ ਨਾਲ ਮਨਾਵੇ ਆਪਣੀ ਸਾਰੀ ਕੁਲ ਦੇ ਰਾਜੇ ਇਹਨੇ 60,000 ਤਾਰੇ ਸਨ। ਸੋ ਜਲ ਪਾਵਨ ਮੈਂ ਪਰਸੋਂ। ਉਹ ਜਿਹੜਾ ਜਲ ਹੈ ਭਾਵ ਉਹ ਭਗਵਾਨ ਦੇ ਚਰਨਾਂ ਦਾ ਜਿਹੜਾ ਪਾਵਨ ਪਵਿੱਤਰ ਜਲ ਹੈ, ਮੈਂ ਪਰਸੋਂ ਮੈਂ ਵੀ ਸਪਰਸ਼ ਕਰਾਂ ਮਹਾਰਾਜ ਤੇਰੀ ਕਿਰਪਾ ਨਾਲ। ਸੋ ਭਿਖੋਂ ਔਰ ਮੈਂ ਵੱਡ ਭਾਗ ਹਮਾਰੇ। ਅਤੇ ਹਰ ਰੋਜ਼ ਉਹ ਗੰਗਾ ਦੇ ਜਲ ਨੂੰ ਭਿਖੋ ਕਹੀਏ ਦੇਖਾਂ, ਅਤੇ ਦੇਖ ਦੇਖ ਕੇ ਔਰ ਮੈਂ ਉਹਦੇ ਦਰਸ਼ਨ ਕਰ ਕਰਕੇ ਉਸ ਵਿੱਚ ਇਸ਼ਨਾਨ ਕਰਾਂ, ਛਕਣਾ ਕਰਾਂ, ਆਪਣੇ ਸਰੀਰ ਨੂੰ ਧੋਵਾਂ। ਅਜਿਹੇ ਜਿਹੜੇ ਔਰ ਮੈਂ ਮੇਰੇ ਹਿਰਦੇ ਅੰਦਰ ਵੀ ਵੱਡੇ ਭਾਗ ਹੋ ਜਾਣ, ਤਾਂ ਜੋ ਮੈਨੂੰ ਵੀ ਇਸ ਭਾਗ ਸਮਾਂ ਪ੍ਰਾਪਤ ਹੋ ਜਾਵੇ। ਇੱਥੇ ਮੰਗ ਹੀ ਕਰਦੇ
ਮਹਾਰਾਜ ਮੇਰੇ 'ਤੇ ਵੀ ਕਿਰਪਾ ਕਰੋ ਵੀ ਉਹ ਭਗਵਾਨ ਦੇ ਚਰਨਾਂ ਦੇ ਜਲ ਵਿੱਚ ਮੈਂ ਪਰਸਾ, ਸਰੀਰ ਕਰਕੇ ਇਸ਼ਨਾਨ ਕਰਕੇ ਛਕ ਕਰਕੇ ਉਹ ਜਲ ਨੂੰ ਦੇਖਦਾ ਰਹਾਂ। ਹਿਰਦੇ ਵਿੱਚ ਮੈਂ ਬੜੇ ਵੱਡੇ ਭਾਗ ਆਪਣੇ ਸਮਝਾਂਗਾ। ਐਸੀ ਕਿਰਪਾ ਮੇਰੇ 'ਤੇ ਜੇ ਹੋ ਜਾਵੇ। ਇਸ ਪ੍ਰਕਾਰ ਨਾਲ ਜਿਹੜੇ ਹੈ ਪੰਡਿਤ ਗੁਲਾਬ ਸਿੰਘ ਜੀ ਬੜੀ ਸ਼ਰਧਾ ਭਾਵਨਾ ਦੇ ਬਚਨ ਕਹਿ ਰਹੇ ਹੈ। ਗੁਰਬਾਣੀ ਵਿੱਚ ਤੇ ਇਹੀ ਆਉਂਦਾ, ਗੰਗਾ ਜਲ ਗੁਰ ਗੋਬਿੰਦ ਨਾਮ। ਪਰਮਾਤਮਾ ਦਾ ਨਾਮ ਹੀ ਗੰਗਾ ਜਲ ਹੈ, ਉਸ ਦਾ ਸਿਮਰਨ ਕਰੋ। ਪ੍ਰਤੱਖ ਗੰਗਾ ਵੀ ਮਹਾਨ ਹੈ। ਨਾਮ ਉੱਚਿਆਂ ਤੋਂ ਉੱਚਾ ਪਰਮੇਸ਼ਰ ਦਾ ਨਾਮ। ਨਾਮ ਜਪਦਿਆਂ ਜੇ ਗੰਗਾ 'ਚ ਇਸ਼ਨਾਨ ਕੀਤਾ ਜਾਵੇ, ਸਾਰੇ ਪਾਰ ਉਤਾਰੇ ਹੋ ਸਕਦੇ। ਜੇ ਇਕੱਲਾ ਗੰਗਾ ਜਲ ਦੇ ਇਸ਼ਨਾਨ ਨਾਲ ਹੀ ਸੋਚੇ ਮੇਰੀ ਮੁਕਤੀ ਹੋਵੇਗੀ, ਤੇ ਐਸਾ ਨਹੀਂ ਹੈ। ਇਸ ਕਲ ਯੁੱਗ ਦੇ ਵਿੱਚ ਨਾਮ ਹੀ ਸਾਰਾ। ਕਲ ਯੁੱਗ ਮਹਿ ਰਾਮ ਨਾਮ ਹੈ ਸਾਰ। ਨਾਮ ਹੀ ਸਾਰ ਹੈ। ਸੋ ਰਹੋ ਵਿਚਾਰ। ਸਮਾਂ ਤਕਰੀਬਨ ਉੱਪਰ ਹੀ ਹੋ ਗਿਆ। ਹੁਣ ਆਪਾਂ ਇੱਥੇ ਜਿਹੜੀਆਂ ਅਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ। ਭੂਪ ਭਗੀਰਥ ਕਹਿ ਤਪਸਾ, ਪੁਨ ਜਾ ਜਲ ਸੋ ਕੁਲ ਭੂਪਤ ਤਾਰੇ। ਸੋ ਜਲ ਪਾਵਨ ਮੈਂ ਪਰਸੋਂ, ਸੋ ਪਿਖੋਂ ਔਰ ਮੈਂ ਵੱਡ ਭਾਗ ਹਮਾਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।